ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਹਰਿ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰਿ ਜਨ ਕੀ, ਆਪੁਨਾ ਗੁਣ ਨਾ ਗਵਾਵੈ। ਹਰਿ ਜਨ ਰਾਮ ਨਾਮ ਗੁਣ ਗਾਵੈ। ਜੇ ਕੋਈ ਨਿੰਦ ਕਰੇ ਹਰਿ ਜਨ ਕੀ, ਆਪੁਨਾ ਗੁਣ ਨਾ ਗਵਾਵੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ। ਹਰਿ ਆਪੇ ਕਾਰ ਕਮਾਵੈ। ਹਰਿ ਆਪੇ ਹੀ ਮਤ ਦੇਵੈ ਸੁਆਮੀ। ਹਰਿ ਆਪੇ ਬੋਲ ਬੁਲਾਵੈ। ਹਰਿ ਆਪੇ ਪੰਚ ਤਤ ਵਿਸਥਾਰਾ। ਵਿਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ। ਹਰਿ ਆਪੇ ਝਗਰ ਚੁਕਾਵੈ। ਹਰਿ ਆਪੇ ਪੰਚ ਤਤ ਵਿਸਥਾਰਾ। ਵਿਚ ਧਾਤੂ ਪੰਚ ਆਪ ਪਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ। ਹਰਿ ਆਪੇ ਝਗਰ ਚੁਕਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਬ੍ਰਹਮ ਸਤਿਗੁਰੂ ਰੂਹਾਨੀਅਤ ਦੇ ਚਸ਼ਮੇ, ਗਿਆਨ ਦੇ ਭੰਡਾਰ, ਸਰਬ ਮਾਨਵਤਾ ਦੇ ਰਹਿਬਰ, ਚੌਰ ਛਤਰ ਤਖਤ ਦੇ ਮਾਲਕ, ਜ਼ਾਹਰਾਂ ਜ਼ਹੂਰ ਹਾਜ਼ਰਾਂ ਹਜ਼ੂਰ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਵਡਭਾਗੇ ਹੋ। ਬਖਸ਼ਿਸ਼ ਭਰੇ ਪਾਵਨ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ, ਆਪ ਸਾਰੇ ਗੁਰੂ ਰਾਮਦਾਸ ਮਹਾਰਾਜ ਦੇ ਚਰਨ ਪਰਸਨ ਵਾਸਤੇ ਦੂਰ ਦੁਰਾਡਿਆਂ ਤੋਂ ਚੱਲ ਕਰਕੇ ਮਹਾਰਾਜ ਦੇ ਘਰ ਦੀਆਂ ਯਾਤਰਾ ਕਰਦਿਆਂ, ਦਰਸ਼ਨ ਕਰਦਿਆਂ ਆਪਣੇ ਜੀਵਨ ਨੂੰ ਸੁਭਾਗਾ ਬਣਾ ਰਹੇ ਹੋ। ਘਰਾਂ ਵਿੱਚ ਬੈਠਿਆਂ ਟੀਵੀ ਦੇ ਰਾਹੀਂ, ਮੀਡੀਆ ਰਾਹੀਂ, ਸੋਸ਼ਲ ਮੀਡੀਆ ਰਾਹੀਂ ਜੋ ਵੀ ਮਹਾਰਾਜ ਰੋਜ਼ਾਨਾ ਦੀ ਤਰ੍ਹਾਂ ਬਖਸ਼ਿਸ਼ ਕਰਦੇ ਨੇ, ਪਾਵਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਜ਼ੂਰ ਪਾਵਨ ਮੁੱਖ ਵਾਕ ਬਖਸ਼ਿਸ਼ ਕਰਦੇ ਹਨ। ਉਸ ਦੀ ਕਥਾ, ਉਸ ਦੀ ਵਿਚਾਰ, ਹਜ਼ੂਰ ਦੀ ਬਖਸ਼ਿਸ਼ ਨਾਲ ਆਪ ਜੀ ਰੋਜ਼ਾਨਾ ਹੀ ਸਰਵਨ ਕਰਦੇ ਹੋ। ਅੱਜ ਵੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਰਾਗ ਬੈਰਾੜੀ ਦੇ ਅੰਦਰ
ਹਜ਼ੂਰ ਨੇ ਵਾਕ ਬਖਸ਼ਿਸ਼ ਕੀਤਾ ਹੈ। ਇਸ ਬਚਨ ਅੰਦਰ ਜੋ ਮਹਿਰਮਤ ਹਜ਼ੂਰ ਦੀ ਜੋ ਬਖਸ਼ਿਸ਼ ਸਾਡੇ ਸਾਰਿਆਂ ਤੇ ਹੋਈ ਹੈ, ਆਓ ਮਾਲਕ ਦੀ ਬਖਸ਼ਿਸ਼ ਨਾਲ ਆਪਾਂ ਇਸ ਬਚਨ ਦੀ ਵਿਚਾਰ ਰਲ ਮਿਲ ਕੇ ਕਰ ਸਕੀਏ, ਸਮਝ ਸਕੀਏ, ਆਪਣੇ ਜੀਵਨ 'ਚ ਅਪਣਾ ਸਕੀਏ। ਸਤਿਗੁਰਾਂ ਤੋਂ ਅਸੀਸ ਲਈਏ। ਸਰਬੱਤ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੁਰੂ ਚਰਨਾਂ 'ਚ ਹਾਜ਼ਰੀਆਂ ਲਵਾਓ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬੈਰਾੜੀ ਮਹੱਲਾ ਚੌਥਾ। ਸੱਚੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਅੱਜ ਦਾ ਬਚਨ ਰਾਗ ਬੈਰਾੜੀ ਵਿੱਚ ਬਖਸ਼ਿਸ਼ ਕਰ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਰਾਗ 13ਵਾਂ ਰਾਗ ਹੈ। ਇਹ ਪਾਵਨ ਮੁੱਖ ਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 719 ਅਤੇ 20 ਉੱਤੇ ਸੁਸ਼ੋਭਿਤ ਹੈ। ਹਰਿ ਜਨ ਰਾਮ ਨਾਮ ਗੁਣ ਗਾਵੈ। ਸੱਚੇ ਪਾਤਸ਼ਾਹ ਮਹਾਰਾਜ ਗੁਰੂ ਰਾਮਦਾਸ ਜੀ ਇੱਕ ਅਵਸਥਾ ਦਾ ਜ਼ਿਕਰ ਕਰ ਰਹੇ ਹਨ। ਪਿਆਰਿਓ, ਇਹ ਬਾਣੀ ਸਾਨੂੰ ਇੱਕ ਅਵਸਥਾ ਬਖਸ਼ਿਸ਼ ਕਰਦੀ ਹੈ, ਔਰ ਉਹ ਅਵਸਥਾ ਜਿਹੜੀ ਅਵਸਥਾ ਮਹਾਰਾਜ ਕਹਿੰਦੇ ਨੇ ਆਨੰਦ ਪਿਆ ਮੇਰੀ ਮਾਏ, ਤੇਰੇ ਘਰ ਆਨੰਦ ਵਡਾਈ ਤੁਧ ਕਰ। ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ। ਹਰਖ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰੂ ਨਾਨਕ ਉਦੀਆ। ਉਹ ਅਵਸਥਾ ਹੈ ਗਿਆਨ ਦੀ। ਜਦੋਂ ਵੀ ਗੁਰਬਾਣੀ ਵਿੱਚ ਜਨ ਸ਼ਬਦ ਆਉਂਦਾ ਹੈ, ਬੜਾ ਕਮਾਈ ਵਾਲਾ ਸ਼ਬਦ ਹੈ। ਜਨ ਨੂੰ ਆਪ ਭਾਵੇਂ ਸੰਤ ਕਹਿ ਲਓ, ਗੁਰਮੁਖ ਕਹਿ ਲਓ, ਗੁਰਸਿੱਖ ਕਹਿ ਲਓ, ਬ੍ਰਹਮ ਗਿਆਨੀ ਕਹਿ ਲਓ, ਮਹਾਂਪੁਰਖ ਕਹਿ ਲਓ, ਪਰ ਉਹ ਕਿਸੇ ਅਵਸਥਾ ਨੂੰ ਪਹੁੰਚਿਆ ਹੋਇਆ। ਆਪਾਂ ਕਈ ਵਾਰ ਐਸਾ ਕਰਦੇ ਹਾਂ ਵੀ ਪਾਤਸ਼ਾਹ ਮੈਂ ਵੀ ਤੇਰਾ ਜਨ ਹਾਂ, ਲੇਕਿਨ ਜਨ ਬਣਨ ਵਾਸਤੇ ਵੀ ਇੱਕ ਕਸਵੱਟੀ ਹੈ। ਉਸ ਕਸਵੱਟੀ ਉੱਤੇ ਕੋਈ ਪੂਰਾ ਉਤਰਦਾ ਹੋਵੇ ਉਹਨੂੰ ਆਪਾਂ ਜਨ ਆਖਦੇ ਹਾਂ। ਜਿਵੇਂ ਆਪਾਂ ਕਹੀਏ ਵੀ ਮਹਾਰਾਜ ਨੇ ਜਿਨ੍ਹਾਂ ਨੂੰ ਪੰਜ ਪਿਆਰੇ ਕਿਹਾ, ਉਹਨਾਂ ਨੇ ਆਪਣਾ ਸੀਸ ਗੁਰੂ ਦੀ ਤੇਗ ਉੱਤੇ ਰੱਖਿਆ, ਫਿਰ ਉਹ ਪੰਜ ਪਿਆਰੇ ਹੋਏ। ਗੁਰੂ ਅੰਗਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੁਣੇ ਪਿੱਛੇ ਆਪ ਜੀ ਨੇ ਮਨਾਇਆ। ਆਪਾਂ ਇਹ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜਿਨ੍ਹਾਂ ਸਾਰੀ ਦੁਨੀਆ ਦੇ ਵਿੱਚ ਦੂਰ ਦੁਰਾਡੇ ਪ੍ਰਚਾਰ ਕੀਤਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਉਸ ਮਹਾਨ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆਪਣਾ ਸੀਸ ਭਾਈ ਲਹਿਣੇ ਅੱਗੇ ਝੁਕਾ ਦਿੱਤਾ। ਅਸੀਂ ਕਹਿੰਦੇ ਹਾਂ ਸਿੱਖ ਨੂੰ ਮਾਣ ਦਿੱਤਾ। ਫਿਰ ਅਸੀਂ ਇਹ ਵੀ ਕਿ ਗੁਰਸਿੱਖਾਂ ਕੀ ਹਾਰ ਧੂੜ ਦੇ। ਪਰ ਪਿਆਰਿਓ, ਜਿਸ ਅੱਗੇ ਗੁਰੂ ਨਾਨਕ ਦਾ ਸੀਸ ਝੁਕਿਆ ਹੋਵੇ ਉਹ ਸਿੱਖ ਕੈਸਾ ਹੋਵੇਗਾ? ਉਹ 7 ਸਾਲ ਕਿਸ ਕਸਵੱਟੀ ਵਿੱਚੋਂ ਨਿਕਲ ਕੇ ਆਇਆ, ਕਿਸ ਮਿਆਰ ਦਾ ਸਿੱਖ ਹੋਵੇਗਾ ਜਿਹਦੇ ਅੱਗੇ ਗੁਰੂ ਨਾਨਕ ਸਾਹਿਬ ਸੀਸ ਝੁਕਾਉਂਦੇ ਹਨ। ਖਿਆਲ ਕਰਨਾ ਇਸ ਤਰ੍ਹਾਂ ਹੀ ਜਿਹੜਾ ਜਨ ਹੈ, ਮਹਾਰਾਜ ਕਹਿੰਦੇ ਹਰ ਜਨ ਕੇ ਵਡ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾ ਹਰ ਪਿਆਸ। ਜੋ ਪ੍ਰਾਨੀ ਨਿਸ ਦਿਨ ਭਜੈ। ਨਿਸ ਦਿਨ ਦਾ ਅਰਥ ਹੈ ਦਿਨ ਰਾਤ, ਦਿਨ ਰਾਤ ਦਾ ਅਰਥ ਹੈ ਸਵਾਸ ਸਵਾਸ। ਜੋ ਪ੍ਰਾਨੀ ਨਿਸ ਦਿਨ ਭਜੈ, ਰੂਪ ਰਾਮ ਤਿਹ ਜਾਨ, ਹਰ ਜਨ ਹਰ ਅੰਤਰ
ਨਹੀਂ, ਨਾਨਕ ਸਾਚੀ ਮਾਨ। ਜਨ ਵਿੱਚ ਤੇ ਪਰਮੇਸ਼ਰ ਵਿੱਚ ਕੋਈ ਅੰਤਰ ਨਹੀਂ ਹੈ, ਪਰ ਉਸ ਜਨ ਦੀ ਅਵਸਥਾ ਇਹ ਬਣੀ ਕਿਵੇਂ? ਬਾਣੀ ਚੋਂ ਬਚਨ ਪੜ੍ਹਦਿਆਂ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਉਹ ਅਵਸਥਾ ਕਿਵੇਂ ਬਣੇ? ਉਸ ਅਵਸਥਾ ਨੂੰ ਬਣਾਉਣ ਵਾਸਤੇ ਹਜ਼ੂਰ ਸੱਚੇ ਪਾਤਸ਼ਾਹ ਨੇ ਅੱਜ ਇਹ ਬਚਨ ਬਖਸ਼ਿਸ਼ ਕੀਤਾ ਹੈ ਗੁਰੂ ਰਾਮਦਾਸ ਮਹਾਰਾਜ ਨੇ ਕਿ ਹਰ ਜਨ ਰਾਮ ਨਾਮ ਗੁਣ ਗਾਵੇ। ਗੁਣ ਗਾਣ ਦਾ ਮਤਲਬ ਹੁੰਦਾ ਹੈ ਕਿ ਹਰ ਵੇਲੇ ਖੁਸ਼ੀ ਦੀ ਅਵਸਥਾ, ਆਨੰਦ ਦੀ ਅਵਸਥਾ, ਹਰ ਵੇਲੇ ਰਜ਼ਾ 'ਚ ਰਹਿਣ ਦੀ ਅਵਸਥਾ, ਭਲੇ 'ਚ ਹਰ ਵੇਲੇ ਭਲਾ ਹੀ ਸੋਚਣਾ। ਸਾਡਾ ਜੀਵਨ ਇੱਕ ਸਫ਼ਰ ਹੈ। ਅਸੀਂ ਸਫ਼ਰ ਕਰਦੇ ਹਾਂ, ਗਰਮੀ ਵੀ ਹੁੰਦੀ ਹੈ। ਆਪ ਦੂਰ ਦਰਾਡਿਓਂ ਆਏ ਹੋ, ਜਦੋਂ ਬਹੁਤ ਗਰਮੀ ਲੱਗੇ ਤੇ ਅਸੀਂ ਖਿਝ ਜਾਂਦੇ ਹਾਂ, ਗਰਮ ਹੋ ਜਾਂਦੇ ਹਾਂ, ਤਪ ਜਾਂਦੇ ਹਾਂ, ਗੁੱਸਾ ਆ ਜਾਂਦਾ ਹੈ। ਜਦੋਂ ਸਰਦੀਆਂ ਹੁੰਦੀਆਂ ਨੇ, ਬਹੁਤੀ ਠੰਡ ਲੱਗੇ, ਕੋਈ ਥਾਂ ਨਾ ਮਿਲਦੀ ਹੋਵੇ ਤਾਂ ਅਸੀਂ ਕ੍ਰੋਧਿਤ ਹੋ ਜਾਂਦੇ ਹਾਂ। ਖਾਣਾ ਚੰਗਾ ਨਹੀਂ ਮਿਲਿਆ ਤਾਂ ਮਨ ਪਰੇਸ਼ਾਨ ਹੋ ਜਾਏਗਾ। ਸੌਣ ਨੂੰ ਜਗ੍ਹਾ ਨਹੀਂ ਮਿਲੀ ਤਾਂ ਮਨ ਪਰੇਸ਼ਾਨ ਹੋ ਜਾਏਗਾ। ਉਹ ਜਨ ਨਹੀਂ ਹੈ ਜਿਹਨੂੰ ਹਰ ਹਾਲਾਤ ਤੇ ਸਿਚੁਏਸ਼ਨ 'ਚ ਜੀਣਾ ਨਹੀਂ ਆਉਂਦਾ ਹੈ। ਹਾਲਾਤ ਕੈਸੇ ਵੀ ਹੋਣ, ਸਿਚੁਏਸ਼ਨ ਕੈਸੀ ਵੀ ਹੋਵੇ, ਤੁਸੀਂ ਗੁਰਬਾਣੀ ਦੇ ਵਾਕ ਪੜ੍ਹੋ। ਹਾਲਾਤ ਕੈਸੇ ਨੇ? ਮਹਾਰਾਜ ਦਾ ਇੱਕ ਬਚਨ ਹੈ, ਕਬਹੂ ਖੀਰ ਖਾਂਡ ਘੀਓ ਨਾ ਭਾਵੈ। ਘਰ 'ਚ ਖੀਰ ਬਣੀ ਹੈ, ਖੰਡ ਪਾਈ ਹੈ, ਘਿਓ ਪਾਇਆ ਹੈ, ਘਰ ਦੀ ਸੁਆਣੀ ਲੈ ਕੇ ਆਈ ਹੈ। ਉਹ ਕਹਿੰਦੇ ਨਹੀਂ, ਮੈਨੂੰ ਭੁੱਖ ਨਹੀਂ ਹੈ, ਮੇਰਾ ਮੂਡ ਨਹੀਂ ਹੈ, ਮੈਨੂੰ ਅਜੇ ਨਹੀਂ ਖਾਣੀ ਹੈ। ਹਾਲਾਤ ਬਣ ਗਏ, ਨਾ ਖੀਰ ਰਹੀ, ਨਾ ਖੰਡ ਰਹੀ ਤੇ ਨਾ ਘਿਓ ਰਿਹਾ। ਹਾਲਾਤ ਐਸੇ ਬਣ ਗਏ ਤੇ ਫਿਰ ਕਬਹੂ ਘਰ ਘਰ ਟੂਕ ਮੰਗਾਵੇ। ਘਰਾਂ ਦੇ ਵਿੱਚ ਮੰਗਣ ਤੁਰ ਗਿਆ, ਮੰਗਣ ਨੂੰ ਵੀ ਨਹੀਂ ਮਿਲਿਆ। ਦਰ ਮੰਗਣ ਭਿੱਖ ਨਾ ਪਾਵੀਂਦਾ, ਭਿੱਖਿਆ ਵੀ ਨਹੀਂ ਮਿਲੀ। ਕਬਹੂ ਕੂਰਨ ਚਨੇ ਬਿਨਾਵੇ। ਰੂੜੀ ਤੇ ਗਿਆ, ਕੁਝ ਲੱਭ ਕੇ ਖਾਣ ਲੱਗਾ। ਜਿਹੜਾ ਲੱਭ ਕੇ ਖਾਣ ਲੱਗਾ, ਕਿਸੇ ਜਾਨਵਰ ਨੇ ਝਪਟਾ ਮਾਰਿਆ ਤੇ ਉਹ ਵੀ ਖੋ ਲਿਆ। ਹੁਣ ਬੰਦਾ ਕੀ ਰੱਬ ਨੂੰ ਉਲਾਮੇ ਨਹੀਂ ਦੇਗਾ? ਰੱਬ ਜੀ ਕਦੇ ਤੂੰ ਬੜਾ ਕੁਛ, ਇੰਨਾ ਕੁਝ ਸੀ ਮੇਰੇ ਕੋਲ, ਸਭ ਕੁਛ ਲੈ ਲਿਆ, ਅੱਜ ਮੰਗਣ ਨੂੰ ਭਿੱਖਿਆ ਵੀ ਨਹੀਂ ਮਿਲਦੀ। ਰੂੜੀਆਂ ਉੱਤੇ ਬਿਠਾ ਕੇ ਮੈਨੂੰ ਉਹ ਖਵਾਉਣ ਲਈ ਮਜਬੂਰ ਕਰ ਦਿੱਤਾ ਹੈ। ਨਹੀਂ, ਜੈ ਰੱਖੇ ਤੈਂ ਬੈਕੁੰਠ ਤਿਥਾਈ। ਮਹਾਰਾਜ ਕਹਿੰਦੇ ਜਿਉਂ ਰਾਮ ਰਾਖੇ ਤਿਉਂ ਰਹੀਐ ਰੇ ਭਾਈ। ਹਰ ਕੀ ਮਹਿਮਾ ਕਿਛ ਕਥਨ ਨਾ ਜਾਈ। ਜਨ ਕਹਿੰਦਾ ਪਰਮੇਸ਼ਰ ਦੀ ਮਹਿਮਾ ਹੈ। ਉਹ ਇਹ ਨਹੀਂ ਕਹਿੰਦਾ ਵੀ ਵਾਹਿਗੁਰੂ ਮੇਰੇ ਨਾਲ ਤੂੰ ਐਸਾ ਕਿਉਂ ਕੀਤਾ ਹੈ। ਅਸੀਂ ਆਪਣੇ ਇਤਿਹਾਸ ਬਾਰੇ ਜਾਣਦੇ ਹਾਂ, ਸਮਝਦੇ ਹਾਂ। ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕਰਨ ਵਾਲੀਆਂ ਬੀਬੀਆਂ ਕਹਿੰਦੇ ਨੇ ਵਾਹਿਗੁਰੂ ਤੇਰਾ ਸ਼ੁਕਰ ਹੈ। ਸਾਰਾ ਦਿਨ ਚੱਕੀ ਵੀ ਪੀਂਦੀਆਂ ਹਨ। ਜੰਗਲਾਂ ਵਿੱਚ ਪੱਤੇ ਖਾ ਕੇ ਗੁਜ਼ਾਰਾ ਕਰਨ ਵਾਲੇ ਸਿੰਘ ਜਿਸ ਵੇਲੇ ਕਿਤੇ ਚਾਰ ਛੋਲੇ ਦਾਣੇ ਮਿਲ ਜਾਣੇ ਤੇ ਕਹਿਣਾ ਬਦਾਮ ਮਿਲ ਗਏ ਹਨ। ਹਰ ਜਨ ਰਾਮ ਨਾਮ ਗੁਣ ਗਾਵੇ। ਜਨ ਹਮੇਸ਼ਾ ਹੀ ਰੱਬ ਦੇ ਗੁਣ ਗਾਉਂਦਾ ਹੈ, ਕਦੀ ਰੱਬ ਨੂੰ ਉਲਾਮਾ ਨਹੀਂ ਦਿੰਦਾ ਹੈ ਕਿ ਰੱਬ ਜੀ ਤੂੰ ਮੈਨੂੰ ਇਹ ਕੀ, ਕੋਈ ਸ਼ਿਕਵਾ, ਕੋਈ ਗਿਲਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਬਾਣੀ ਅੰਦਰ ਜਨ ਦੀ ਇੱਕ ਉਦਾਹਰਣ ਦਿੰਦੇ ਨੇ। ਅੱਜ ਬੜਾ ਇੱਕ ਰੋਲਾ ਹੈ। ਕੱਲ ਇੱਕ ਮੀਟਿੰਗ ਆਪਾਂ ਦੇਖੀ ਹੈ ਕਿ ਕੋਈ ਗੁਰੂ ਗ੍ਰੰਥ ਸਾਹਿਬ ਦੇ ਨਾਲ ਛੇੜਛਾੜ ਕਰਦਾ ਹੈ, ਗਲਤ ਹੈ।
ਪਿਆਰਿਓ, ਅੱਜ ਇੱਕ ਸਮਝਣ ਵਾਲੀ ਬਾਤ ਇਹ ਹੈ, ਰੱਬ ਨੇ ਮੈਨੂੰ ਕੋਈ ਗਿਆਨ ਦਿੱਤਾ ਹੈ ਨਾ, ਤੇ ਮੈਂ ਉਹ ਗਿਆਨ ਦੇ ਆਪਣੇ ਸਾਰਿਆਂ ਨੂੰ ਨਾਲ ਲੈ ਕੇ ਸਹਿਮਤ ਹੋ ਕੇ ਤੇ ਆਪਾਂ ਕਹੀਏ ਆਓ ਭਾਈ ਕੌਮ ਦਾ ਪ੍ਰਚਾਰ, ਗ੍ਰੰਥ ਦਾ ਪ੍ਰਚਾਰ ਇਵੇਂ ਕਰੀਏ। ਪਰ ਮੈਂ ਆਪਣੇ ਆਪ ਦੇ ਵਿੱਚ ਹੀ ਪੰਥ ਬਣ ਬੈਠਾ ਹਾਂ ਤੇ ਮੈਂ ਇਹ ਕਹਿਣਾ ਵੀ ਸਭ ਤੋਂ ਸਿਆਣਾ ਮੈਂ ਹੀ ਹਾਂ, ਬਾਕੀ ਸਾਰੇ ਨਿਕੰਮੇ ਹਨ। ਇਹਦਾ ਕ੍ਰੈਡਿਟ ਮੈਨੂੰ ਮਿਲ ਜਾਏ। ਭੁੱਖ ਕੀ ਬੰਦੇ ਅੰਦਰ? ਕੋਈ ਕਹਿ ਰਿਹਾ ਵੀ ਬਾਣੀ ਦਾ ਉਚਾਰਨ ਇਵੇਂ ਕਰੋ, ਕੋਈ ਕਹਿ ਰਿਹਾ ਬਾਣੀ ਦਾ ਉਚਾਰਨ ਇਵੇਂ ਕਰੋ, ਕੋਈ ਇਸ ਤਰ੍ਹਾਂ ਬਦਲ ਰਿਹਾ, ਕੋਈ ਇਸ ਤਰ੍ਹਾਂ ਬਦਲ ਰਿਹਾ। ਪਰ ਇੱਕ ਖਿਆਲ ਰੱਖਣਾ, ਬਾਣੀ ਨੂੰ ਉਚਾਰਨ ਬਦਲ ਦੇਣਾ, ਉਹਦਾ ਅੱਗਾ ਪਿੱਛਾ ਕਰ ਦੇਣਾ, ਪਰ ਇੱਕ ਖਿਆਲ ਰੱਖਣਾ ਕਿ ਮੇਰਾ ਜੀਵਨ ਬਦਲ ਰਿਹਾ ਹੈ। ਜੀਵਨ ਨੂੰ ਕੋਈ ਨਹੀਂ ਬਦਲ ਰਿਹਾ। ਗੁਰੂ ਗ੍ਰੰਥ ਸਾਹਿਬ 'ਚ ਸੋਧਾਂ ਕਰ ਰਹੇ ਨੇ, ਆਪਣੇ ਜੀਵਨ 'ਚ ਕੋਈ ਸੋਧ ਨਹੀਂ ਹੋ ਰਹੀ ਹੈ। ਹੰਕਾਰ ਨਾਲ, ਤਕੱਬਰ ਨਾਲ ਦਿਨੋ ਦਿਨ ਭਰਿਆ ਜਾ ਰਿਹਾ ਹੈ। ਬਚਨ ਕਰ ਰਿਹਾ ਸੀ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਦਾ ਕਿ ਜਨ ਜਿਹੜਾ ਹੈ ਕੈਸੀ ਅਵਸਥਾ ਨੂੰ ਜੀਂਦਾ ਹੈ। ਮਹਾਰਾਜ ਦੀ ਬਾਣੀ ਦਾ ਬਚਨ ਹੈ, ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਰਾਗ ਮਾਰੂ ਵਿੱਚ, ਤੀਖਣ ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆਂ ਕੋ ਲੈ ਸਵਾਰਿਓ, ਤਿਲ ਨਾ ਦੀਨੋ ਦੋਸ਼। ਤੁਸੀਂ ਕਦੇ ਪੇੜ ਲੱਗਾ ਵੇਖਿਆ ਹੋਵੇ ਜਿਹਦੇ ਥੱਲੇ ਜਾ ਕੇ ਬਹਿੰਦੇ ਹੋ, ਕਦੀ ਸੋਚਿਆ ਇਹ ਪੇੜ ਕਿਸ ਨੇ ਲਾਇਆ? ਉਹ ਹੋ ਸਕਦਾ ਕਿਸੇ ਮੁਸਲਮਾਨ ਨੇ ਲਾਇਆ ਹੋਵੇ। ਅਸੀਂ ਅਕਸਰ ਇਤਿਹਾਸ ਵਿੱਚੋਂ ਇਹ ਸੁਣਦੇ ਹਾਂ ਕਿ ਹਰਿਮੰਦਰ ਸਾਹਿਬ ਦੀ ਨੀਂਹ ਗੁਰੂ ਸਾਹਿਬ ਜੀ ਨੇ ਸਾਈਂ ਮੀਆਂ ਮੀਰ ਤੋਂ ਰਖਾਈ, ਨੀਂਹ ਮੁਸਲਮਾਨ ਨੇ ਰੱਖੀ, ਆਪਾਂ ਸਾਰੇ ਜਣੇ ਉੱਥੇ ਬੈਠਦੇ ਹਾਂ। ਪੇੜ ਕਿਸੇ ਹਿੰਦੂ ਨੇ ਲਾਇਆ ਹੋਵੇ, ਛਾਂ ਦੇ ਥੱਲੇ ਕੋਈ ਵੀ ਬਹਿ ਸਕਦਾ ਹੈ, ਤੇ ਕੋਈ ਪੇੜ ਥੱਲੇ ਬੈਠਾ ਹੋਇਆ ਉਸ ਪੇੜ ਨੂੰ ਗਾਲਾਂ ਕੱਢੀ ਜਾਏ ਕਿ ਪੇੜ ਨੂੰ ਗਾਲਾਂ ਕੱਢਦਾ ਵਾਪਸ। ਪੇੜ ਨੂੰ ਕੋਈ ਚੁੱਕ ਕੇ ਇੱਟ ਮਾਰ ਦੇਵੇ ਕਿ ਪੇੜ ਨੇ ਕਦੀ ਚੁੱਕ ਕੇ ਇੱਟ ਮਾਰੀ ਹੈ? ਤੇ ਪੇੜ ਨੂੰ ਕੋਈ ਕੱਟ ਵੀ ਦੇਵੇ ਕਿ ਪੇੜ ਨੇ ਕਿਹਾ ਵੀ ਤੂੰ ਮੈਨੂੰ ਕੱਟਿਆ ਤੇ ਮੈਂ ਵੀ ਤੈਨੂੰ ਕੱਟਾਂਗਾ। ਅੱਗ ਨਾਲ ਅੱਗ ਕਦੇ ਨਹੀਂ ਬੁਝਾਈ ਜਾ ਸਕਦੀ ਹੈ। ਆਪਾਂ ਕਹੀਏ ਨਾ ਵੀ ਮੈਨੂੰ ਫਲਾਣੇ ਇੱਕ ਸੁਣਾਈ ਹੈ, ਮੈਂ ਇਹਨੂੰ 4 ਸੁਣਾਵਾਂਗਾ, ਤੁਸੀਂ ਅੱਗ ਨਾਲ ਅੱਗ ਨਹੀਂ ਬੁਝਾ ਸਕਦੇ। ਫਲਾਣੇ ਨੇ ਮੇਰੇ ਨਾਲ ਇੱਕ ਕੰਮ ਮਾੜਾ ਕੀਤਾ, ਮੈਂ ਇਹਨੂੰ ਜਦੋਂ ਤੱਕ ਮਜ਼ਾ ਨਾ ਚਖਾ ਦੇਵਾਂ ਨਾ, ਮੈਂ ਉਹਨਾਂ ਚਿਰ ਚੁੱਪ ਨਹੀਂ ਕਰਨਾ ਹੈ। ਖਾਸ ਕਰਕੇ ਅੱਜ ਸਾਡੇ ਘਰਾਂ ਦੇ ਵਿੱਚ ਜਿਹੜੀ ਕੰਧ ਨਾਲ ਜੁੜੀ ਹੈ ਨਾ, ਜਿਹਨੂੰ ਆਪਾਂ ਸ਼ਰੀਕਾ ਆਖਦੇ ਹਾਂ, ਲੜਾਈਆਂ ਵੇਖੋ ਕਦੇ, ਤੇ ਆਪਾਂ ਕਹਿੰਦੇ ਹਾਂ ਵੀ ਅਸੀਂ ਤੇ ਜਾਨਾ ਜੀ, ਰੋਜ਼ ਬਾਣੀ ਪੜ੍ਹਦੇ ਹਾਂ, ਰੋਜ਼ ਗੁਰਦੁਆਰੇ ਜਾਂਦੇ ਹਾਂ, ਰੋਜ਼ ਨਿਤਨੇਮ ਕਰਦੇ, ਮੈਂ ਤੇ ਹਰੀ ਦਾ ਜਾਨਾ। ਤੇ ਜਨ ਕੈਸਾ ਹੈ? ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਉਹਦਾ ਕੋਈ ਮਾੜਾ ਵੀ ਕਰ ਰਿਹਾ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਰੱਬ ਭਲਾ ਕਰਨ ਵਾਲਾ ਹੈ, ਮੈਂ ਮਾੜਾ ਨਹੀਂ ਕਰਨਾ ਹੈ। ਮੈਂ ਜੇ ਕੋਈ ਮੇਰੀ ਨਿੰਦਿਆ, ਆਪਾਂ ਨੂੰ ਕੋਈ ਆ ਕੇ ਕਵੇ ਵੀ ਭਾਈ ਫਲਾਣੇ ਨੇ ਨਾ ਤੁਹਾਡੀ ਨਿੰਦਿਆ ਕੀਤੀ ਹੈ, ਭਾਵੇਂ ਨਹੀਂ ਪਤਾ ਨਹੀਂ ਕੀਤੀ ਕਿ ਅਸੀਂ ਕੰਨਾਂ ਦੇ ਇੰਨੇ ਕੱਚੇ ਆ ਕਿ ਅਸੀਂ ਉਹਦੇ ਖਿਲਾਫ ਉਸੇ ਵੇਲੇ ਹੀ ਬੋਲਣ ਲੱਗ ਪਏ ਹਾਂ। ਗੁਰੂ ਅੰਗਦ ਸਾਹਿਬ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੇ ਹਜ਼ੂਰ ਆਪ ਜੀ ਕਰਤਾਰਪੁਰ ਸਾਹਿਬ ਗਏ, ਤੇ ਮਹਾਰਾਜ ਨੇ ਜੋ ਕਿਰਤ ਹੈ ਉਹਦੇ ਕਿਰਤ ਵਿੱਚ ਲਾ ਦਿੱਤਾ। ਘਾਹ ਕੱਢਣਾ ਖੇਤਾਂ ਵਿੱਚੋਂ, ਧਰਮਸਾਲ ਦੀ ਕੱਚੀ ਕੰਧ ਹੈ ਡਿੱਗ ਗਈ ਹੈ, ਬਣਾਉਣ ਲੱਗ ਪਏ, ਹਜ਼ੂਰ ਦੇ ਕੱਪੜੇ ਧੋਣ ਲੱਗ ਪਏ। ਕਿਸੇ ਨੇ ਆ ਕੇ ਖੰਡੂਰ ਸਾਹਿਬ ਮਾਤਾ ਖੀਵੀ ਜੀ ਨੂੰ ਕਿਹਾ, ਗੁਰੂ ਅੰਗਦ ਦੇਵ ਸਾਹਿਬ ਜੀ ਦੀ ਸੁਪਤਨੀ,
ਮਾਤਾ ਜੀ ਤੁਹਾਨੂੰ ਪਤਾ ਹੈ ਤੁਹਾਡੇ ਪਤੀ ਦੇਵ ਉੱਥੇ ਗੁਰੂ ਨਾਨਕ ਦੇ ਧਰਮਸਾਲ ਦੇ ਵਿੱਚ ਨਾ ਕੱਪੜੇ ਧੋਂਦੇ ਨੇ, ਕੱਚੀਆਂ ਕੰਧਾਂ ਬਣਾਉਂਦੇ ਨੇ, ਚਿੱਕੜ ਦੇ ਵਿੱਚੋਂ ਭਾਂਡੇ ਕੱਢਦੇ ਨੇ। ਬਾਟਾ ਚਿੱਕੜ ਵਿੱਚ ਡਿੱਗਾ ਤੇ ਉਹ ਪੁੱਤਰਾਂ ਨੇ ਨਹੀਂ, ਗੁਰੂ ਅੰਗਦ ਸਾਹਿਬ ਜੀ ਨੇ, ਤੁਹਾਡੇ ਪਤੀ ਭਾਈ ਲਹਿਣਾ ਜੀ ਨੇ ਕੱਢਿਆ। ਹੁਣ ਪਤਨੀ ਤਪ ਨਹੀਂ ਜਾਏਗੀ ਵੀ ਮੇਰੇ ਪਤੀ ਤੂੰ ਇਹ ਕੰਮ ਕਰਾਇਆ ਜਾ ਰਿਹਾ ਹੈ, ਤੇ ਪਤਨੀ ਕੀ ਕਹਿੰਦੀ ਹੈ, ਹੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ, ਜੋ ਨਿਮਰਤਾ ਮੇਰੇ ਪਤੀ ਨੂੰ ਦਿੱਤੀ ਹੈ ਨਾ, ਇਹ ਨਿਮਰਤਾ ਮੈਨੂੰ ਵੀ ਦਿਓ। ਕੋਈ ਉਹ ਜਿਹੜਾ ਬੰਦਾ ਕਹਿਣ ਆਇਆ ਨਾ, ਉਹਨੂੰ ਇਹ ਨਹੀਂ ਕਿਹਾ, ਉਹਨੂੰ ਅਪਸ਼ਬਦ ਨਹੀਂ ਬੋਲੇ, ਗਲਤ ਨਹੀਂ ਬੋਲਿਆ, ਕੁਝ ਹੋਰ ਨਹੀਂ ਕਿਹਾ। ਇਹ ਕਿਹਾ ਜੇ ਮੇਰੇ ਪਤੀ 'ਚ ਇੰਨੀ ਨਿਮਰਤਾ ਹੈ, ਫਿਰ ਉਸ ਪਤਨੀ ਦੇ, ਉਸ ਇਸਤਰੀ ਦੇ ਨਾਮ ਨਾਲ ਪਤਾ ਸ਼ਬਦ ਕੀ ਲੱਗਾ, ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ, ਜਿਸ ਬਹੁਤੀ ਛਾਉ ਪਤਰਾਲੀ। ਇੰਨੀ ਨੇਕ ਇਸਤਰੀ ਹੈ। ਅੱਜ ਅਸੀਂ ਇਸਤਰੀਆਂ ਉੱਤੇ ਇੱਕ ਲੇਬਲ, ਮੈਂ ਸਾਰੀਆਂ ਤੇ ਨਹੀਂ, ਅਸੀਂ ਕਹਿੰਦੇ ਜਿੱਥੇ 4 ਇਸਤਰੀਆਂ ਬਹਿ ਜਾਣ ਨਿੰਦਿਆ ਚੁਗਲੀ ਤੋਂ ਇਲਾਵਾ ਗੱਲ ਨਹੀਂ ਹੁੰਦੀ। ਤੇ ਕੋਈ ਸਾਨੂੰ ਇਹ ਕਹਿ ਦਵੇ ਵੀ ਤੁਹਾਡੇ ਬਾਰੇ ਇਹ ਕੀਤਾ, ਤੁਹਾਡੇ ਬਾਰੇ ਆਲੋਚਨਾ ਹੋਈ ਹੈ, ਅਸੀਂ ਫਿਰ ਉਹਦਾ ਅੱਗਾ ਪਿੱਛਾ ਨਹੀਂ ਛੱਡਦੇ ਹਾਂ। ਫਿਰ ਖਿਆਲ ਕਰਨਾ, ਕੋਈ ਮੌਲਵੀ ਆਪਣੇ ਬੱਚਿਆਂ ਨੂੰ ਪੜ੍ਹਾ ਰਿਹਾ ਹੈ ਤੇ ਪੜ੍ਹਾਉਂਦਿਆਂ ਹੋਇਆਂ ਕਹਿੰਦਾ ਹੈ, ਬੱਚੋ ਜੇ ਤੁਸੀਂ ਅਮਲ ਨਹੀਂ ਕਰਦੇ ਹੋ ਤੇ ਤੁਹਾਡਾ ਨਮਾਜ਼ ਪੜ੍ਹਨ ਦਾ ਫਾਇਦਾ ਕੀ। ਤੇ ਕਈ ਬੱਚੇ ਨਮਾਜ਼ ਪੜ੍ਹਨੀ ਛੱਡ ਗਏ ਵੀ ਅਮਲ ਫਾਇਦਾ ਹੀ ਕੋਈ ਨਹੀਂ। ਉਹ ਕਹਿੰਦਾ ਮੈਂ ਨਮਾਜ਼ ਪੜ੍ਹਨੀ, ਇਹ ਨਹੀਂ ਕਿਹਾ ਵੀ ਪੜ੍ਹਨੀ ਨਹੀਂ, ਮੈਂ ਕਿਹਾ ਵੀ ਜੇ ਤੁਸੀਂ ਉਹਨੂੰ ਮੰਨਦੇ ਹੀ ਨਹੀਂ, ਅਮਲ ਨਹੀਂ ਕਰਦੇ ਪਏ ਹੋ। ਬਚਨ ਕਰ ਰਿਹਾ ਕਿ ਹਰੀ ਦਾ ਜਨ ਜਾਂ ਹਰੀ ਦਾ ਸਿੱਖ ਕੈਸਾ ਹੁੰਦਾ ਹੈ। ਸ਼ਸਤਰ ਤੀਖਣ ਕਾਟ ਡਾਰਿਓ, ਮਨ ਨਾ ਕੀਨੋ ਰੋਸ। ਜਿਹੜੇ ਪੇੜ ਦੀ ਛਾਂ ਬੈਠੇ, ਜਿਹੜੇ ਪੇੜ ਦੇ ਫਲ ਖਾਦੇ, ਉਸੇ ਪੇੜ ਨੂੰ ਵੱਢ ਦਿੱਤਾ ਤੇ ਪੇੜ ਨੇ ਕਿਹਾ ਕੋਈ ਗੱਲ ਨਹੀਂ, ਮੈਂ ਤੇਰਾ ਦਰਵਾਜ਼ਾ ਬਣ ਜਾਣਾ, ਘਰ ਦਾ ਫਰਨੀਚਰ ਬਣ ਜਾਣਾ, ਮੈਂ ਤੇਰੇ ਲਈ ਬੇੜੀ ਬਣ ਜਾਣਾ, ਤੈਨੂੰ ਪਾਰ ਲਾ ਦੇਵਾਂ। ਹਰ ਜਨ ਰਾਮ ਨਾਮ ਗੁਣ ਗਾਵੇ। ਹੈ ਐਸੀ ਅਵਸਥਾ, ਇਹ ਹਾਇਰ ਲੈਵਲ ਦਾ ਗਿਆਨ ਹੈ। ਮੈਂ ਇਹ ਨਹੀਂ ਕਿ ਉੱਚੀ ਥਾਂ ਤੇ ਬੈਠ ਕੇ ਕਥਾ ਕਰ ਰਿਹਾ ਤੇ ਮੈਂ ਕੋਈ ਤੁਹਾਡੇ ਤੋਂ ਵੱਖਰਾ ਨਹੀਂ। ਮੈਂ ਤੇ ਆਪ ਗੁਰੂ ਰਾਮਦਾਸ ਦੇ ਹਜ਼ੂਰ ਹੀ ਬੇਨਤੀ ਕਰਦਾ, ਪਾਤਸ਼ਾਹ ਇਹ ਗਿਆਨ ਸਾਨੂੰ ਵੀ ਬਖਸ਼ੋ, ਮੈਨੂੰ ਵੀ ਬਖਸ਼ੋ, ਅਸੀਂ ਆਪਣਾ ਜੀਵਨ ਐਸਾ ਬਣਾ ਸਕੀਏ, ਐਸੇ ਜੀਵਨ ਉੱਤੇ ਅਸੀਂ ਵੀ ਤੁਰ ਸਕੀਏ। ਕਿਉਂਕਿ ਗੁਰੂ ਨਾਨਕ ਦਾ ਸੁਪਨਾ ਹੀ ਇਹ ਹੈ। ਜਦੋਂ ਬਾਣੀ ਬਖਸ਼ਿਸ਼ ਕੀਤੀ ਨਾ ਤੇ ਮਹਾਰਾਜ ਨੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਮਹਾਰਾਜ ਕਹਿੰਦੇ ਨੇ ਬਾਣੀ ਘਰ ਘਰ ਤੱਕ ਜਾਏ, ਹਰ ਘਰ ਦੇ ਵਿੱਚ ਇਹ ਜੀਵਨ ਜੁਗਤ ਹੋਵੇ, ਹਰ ਘਰ ਵਿੱਚ ਐਸਾ ਜੀਵਨ ਹੋਵੇ। ਫਿਰ ਪਾਤਸ਼ਾਹ ਜੀ ਕਹਿੰਦੇ ਨੇ ਐਸਾ ਜੀਵਨ ਬਣੇ ਕਿਵੇਂ। ਸਾਡੇ ਇਸ ਸਿਰ ਦੇ ਅੰਦਰ ਡਾਕਟਰੀ ਲਾਈਨ ਦੇ ਬੰਦੇ ਆਖਦੇ ਨੇ ਕਿ 900 ਗ੍ਰਾਮ ਜਿਹੜਾ ਹੈ ਉਹ ਇਹ 'ਚ ਦਿਮਾਗ ਹੁੰਦਾ ਹੈ, ਜਿਹਨੂੰ ਆਪਾਂ ਮੇਜ ਆਖਦੇ ਹਾਂ, ਤੇ ਉਹਦੇ ਅੰਦਰ ਨੀਰੋਮੀਟਰ ਉਹਨੂੰ ਕਹਿੰਦੇ ਨੇ ਵੀ ਉਹ ਇੱਕ ਸੈੱਲ ਨੇ। ਇੱਕ ਸੈੱਲ ਹੈ ਜਿਹੜੀ ਚੀਜ਼ ਨੂੰ ਰਿਸੀਵ ਕਰਦਾ ਤੇ ਇੱਕ ਹੈ ਜਿਹੜਾ ਉਸ ਨੂੰ ਜਨਰੇਟ ਕਰਦਾ। ਕੋਈ ਚੀਜ਼ ਸੁਣੀ ਹੈ, ਰਿਸੀਵ ਕਰ ਲਈ ਹੈ ਤੇ ਫਿਰ ਉਹਨੂੰ ਜਨਰੇਟ ਕਰਨਾ, ਭਾਵ ਜਿੱਥੋਂ ਸਾਡੇ ਅੰਦਰ ਅਕਲ ਆਉਂਦੀ ਹੈ। ਇਹ ਅਕਲ ਜਿਹੜੀ ਹੈ ਆਪਾਂ ਕੋਈ ਇੰਜੈਕਸ਼ਨ ਨਹੀਂ ਲਵਾ ਸਕਦੇ ਹਾਂ ਅਕਲ ਦਾ, ਕਿਤਾਬਾਂ ਪੜ੍ਹ ਕੇ ਵੀ ਨਹੀਂ ਆਉਂਦੀ ਹੈ। ਹਾਂ ਪੜ੍ਹਨੀਆਂ ਚਾਹੀਦੀਆਂ ਨੇ, ਬਾਣੀ ਪੜ੍ਹਨੀ ਚਾਹੀਦੀ ਹੈ, ਇਹ ਪਰਮੇਸ਼ਰ ਆਪ ਹੀ ਦਿੰਦਾ ਹੈ। ਤੇ ਜਿਸ ਨੂੰ ਆ ਜਾਏ ਔਰ ਜਿਸ ਕੋਲੇ ਅਕਲ ਆ ਜਾਏ ਨਾ, ਮਹਾਰਾਜ ਕਹਿੰਦੇ ਨੇ ਉਹਦਾ ਜੀਵਨ ਉੱਤਮ ਹੋ ਜਾਂਦਾ। ਉਹ ਜੀਵਨ ਕੈਸਾ, ਕਹਿੰਦੇ ਚਰਨ ਤਲੇ ਉਗਾਹ ਬੈਸਿਓ, ਸ਼ਰਮ ਨਾ ਰਹਿਓ ਸਰੀਰ। ਬੇੜੀ ਤੇ ਤੁਸੀਂ ਬੈਠੇ ਹੋ,
ਬੇੜੀ ਦੇ ਉੱਤੇ ਅਸੀਂ ਪੈਰ ਰੱਖ, ਜਿਹਨੇ ਸਾਨੂੰ ਸਮੁੰਦਰ ਤੋਂ ਪਾਰ ਲਾਣਾ ਹੈ ਉਹਦੇ ਉੱਤੇ ਅਸੀਂ ਪੈਰ ਰੱਖਦੇ ਹਾਂ, ਆਪਣੇ ਪੈਰਾਂ ਥੱਲੇ ਰੱਖਦੇ ਹਾਂ, ਫਿਰ ਵੀ ਸਾਨੂੰ ਉਹ ਪਾਰ ਲਾ ਦਿੰਦੀ ਹੈ। ਜਿਹਨੂੰ ਪੈਰਾਂ ਥੱਲੇ ਰੱਖਿਆ ਜਾਂਦਾ ਹੈ ਨਾ, ਉਹ ਵੀ ਸਾਨੂੰ ਪਾਰ ਲਾ ਦਿੰਦੀ ਹੈ। ਜਨ ਐਸਾ ਹੁੰਦਾ ਹੈ। ਮਹਾਰਾਜ ਉਦਾਹਰਨ ਦਿੰਦੇ ਨੇ, ਮਾਰੇ ਕਹਿੰਦੇ ਨੇ, ਮਹਾ ਸਾਗਰ ਨਾ ਵਿਆਪੈ ਖਿਨੇ ਉਤਾਰਿਓ ਤੀਰ, ਚੰਦਨ ਅਗਰ ਕਪੂਰ ਲੇਪਨ, ਤਿਨ ਸੰਗੇ ਨਹੀਂ ਪ੍ਰੀਤ। ਧਰਤੀ, ਬਿਸ਼ਟਾ, ਮੂਤਰ, ਖੋਦ, ਤਿਲ ਤਿਲ, ਇਹ ਧਰਤੀ ਹੈ। ਤੁਸੀਂ ਇਹਨੂੰ ਖੱਡਾ ਪੱਟ ਦਿੰਦੇ ਹੋ, ਇਹਦੇ ਉੱਤੇ ਬਿਸ਼ਟਾ, ਮੂਤਰ, ਕਿੰਨਾ ਕੁਝ ਆਪਾਂ ਕਰਦੇ ਹਾਂ, ਪਰ ਇਹ ਧਰਤੀ ਸਾਨੂੰ ਫੇਰ ਵੀ ਰੋਟੀ ਰੋਜ਼ੀ ਦਿੰਦੀ ਹੈ। ਜਨ ਐਸਾ ਹੁੰਦਾ ਹੈ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖੇ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਮਨ ਸਾਚਾ ਮੁਖ ਸਾਚਾ ਸੋਏ, ਮਨ ਦੇ ਵਿੱਚ, ਮੁਖ ਦੇ ਵਿੱਚ, ਉਹਦੇ ਜੀਵਨ ਵਿੱਚ ਇੱਕ ਕੇਵਲ ਸੱਚ ਹੈ, ਤੇ ਉਹ ਸੱਚ ਹੀ ਵੇਖਦਾ, ਹਰ ਪਾਸੇ ਸੱਚ ਵੇਖਦਾ। ਕਿੱਥੇ ਕੋਈ ਧਰਤੀ ਨੂੰ ਪੱਟ ਰਿਹਾ ਤੇ ਉਹ ਧਰਤੀ ਕਹਿੰਦੀ ਰੱਬ ਜੀ ਇਹ ਵੀ ਤੇਰਾ ਰੰਗ ਹੈ। ਕੋਈ ਚੰਦਨ ਨਾਲ ਲੇਪਨ ਕਰ ਰਿਹਾ, ਕਹਿੰਦੇ ਰੱਬ ਜੀ ਇਹ ਵੀ ਤੇਰਾ ਰੰਗ ਹੈ। ਅਵਰ ਨਾ ਪੇਖੇ ਏਕਸ ਬਿਨ ਕੋਏ। ਮਹਾਰਾਜ ਕਹਿੰਦੇ ਜਿਹੜਾ ਜਨ ਹੈ ਉਹ ਐਸੀ ਅਵਸਥਾ ਵਿੱਚ ਜਿਉਂਦਾ ਹੈ, ਹਰ ਜਨ ਰਾਮ ਨਾਮ ਗੁਣ ਗਾਵੇ, ਉਹ ਗੁਣ ਗਾਉਂਦਾ ਹੈ। ਤੇ ਮਹਾਰਾਜ ਅਗਲਾ ਬਚਨ ਹੋਰ ਵੀ ਬੜਾ ਸੁੰਦਰ ਕਰਦੇ ਨੇ ਸਾਨੂੰ ਸਮਝਾਉਣ ਵਾਸਤੇ। ਹਾਂਜੀ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵਾ। ਜੇ ਕੋ ਨਿੰਦ ਕਰੇ ਹਰ ਜਨ ਕੀ, ਨਿੰਦਿਆ ਕਰਨੀ। ਹੁਣ ਦੇਖੋ ਹਾਲਾਤ ਇਹੋ ਜਿਹੇ ਬਣ ਗਏ ਵੀ ਕੋਈ ਚਾਰ ਬੰਦੇ ਨੇ ਤੁਹਾਡੀ ਨਿੰਦਿਆ ਬੁਰਾਈ ਕਰ ਰਹੇ ਨੇ, ਤੇ ਨਿੰਦਿਆ ਕਰਦਿਆਂ ਹੋਇਆਂ ਦੋ ਪਾਸੇ ਦਿਮਾਗ ਲੱਗ ਸਕਦਾ ਹੈ। ਮੈਂ ਇੱਕ ਉਦਾਹਰਨ ਅਕਸਰ ਦੇਣਾ ਹੁੰਨਾ, ਇਹ ਦਿਮਾਗ ਹੀ ਹੈ, ਜਿੱਧਰ ਮਰਜ਼ੀ ਲਾ ਲਓ। ਘਰ ਵਿੱਚ ਬੱਚੇ ਪਰਿਵਾਰ ਨਾਲ, ਮਾਤਾ ਪਿਤਾ ਨਾਲ ਬੈਠ ਕੇ ਲੰਗਰ ਛਕ ਰਹੇ ਨੇ। ਇੱਕ ਬੱਚਾ ਆਪਣੇ ਪਿਤਾ ਨੂੰ ਸਵਾਲ ਕਰਦਾ ਹੈ, ਪਿਤਾ ਜੀ ਆਹ ਗੁਆਂਢ ਆਪਣੇ ਨਾਲੋਂ ਅਮੀਰ ਹੈ, ਆਪਾਂ ਕਿਉਂ ਗਰੀਬ ਹਾਂ? ਹੁਣ ਇੱਥੇ ਜਵਾਬ ਦੋ ਨੇ। ਪਹਿਲਾ ਜਵਾਬ ਇਹ ਹੈ, ਜੇ ਸਾਡੇ ਅੰਦਰ ਨਫ਼ਰਤ ਹੈ ਗੁਆਂਢੀ ਦੇ ਪ੍ਰਤੀ, ਤੇ ਆਪਾਂ ਕਹਾਂਗੇ ਪੁੱਤਰ ਇਹ ਬੜਾ ਬੇਈਮਾਨੀ ਕਰਦਾ ਹੈ, ਚੋਰੀਆਂ ਕਰਦਾ ਹੈ, ਡਾਕੇ ਮਾਰਦਾ ਹੈ, 2 ਨੰਬਰ ਦਾ ਕੰਮ ਕਰਦਾ ਹੈ, ਐਵੇਂ ਥੋੜ੍ਹੀ ਅਮੀਰ ਹੈ। ਅਸੀਂ ਗੁਆਂਢੀ ਨਾਲ ਨਫ਼ਰਤ ਕਰਦੇ ਹਾਂ। ਇੱਕ ਹੁਣ ਉਸ ਗੁਆਂਢੀ ਨੂੰ ਕੋਈ ਫਰਕ ਨਹੀਂ ਪੈਣਾ, ਅਸੀਂ ਜੋ ਬੋਲ ਬੋਲੇ ਨੇ ਉਹ ਸਾਡੇ ਬੱਚੇ ਨੇ ਸੁਣ ਲਏ ਨੇ। ਬੱਚਾ ਸੋਚੇਗਾ 2 ਨੰਬਰ ਦਾ ਕੰਮ ਕਰਕੇ ਅਮੀਰ ਹੋਇਆ ਜਾਣਾ, ਨਸ਼ੇ ਵੇਚਣ ਲੱਗ ਪਏਗਾ, 2 ਨੰਬਰ ਦੇ ਕੰਮ ਕਰੇਗਾ ਹੀ ਨਾ। ਉਹਨੇ ਸੁਣਿਆ ਪਿਤਾ ਕੋਲੋਂ। ਤੇ ਜੇ ਪਿਤਾ ਕਹੇ ਵੀ ਪੁੱਤਰ ਇਹਦੇ ਉੱਤੇ ਰੱਬ ਦੀ ਬਖਸ਼ਿਸ਼ ਹੈ, ਇਸ ਬੱਚੇ ਤੇ ਨਾ ਬਖਸ਼ਿਸ਼ ਹੈ, ਇਸ ਗੁਆਂਢੀ ਉੱਤੇ ਬੜੀ ਬਖਸ਼ਿਸ਼ ਹੈ, ਰੱਬ ਨੇ ਇਹਨਾਂ ਦੇ ਉੱਤੇ ਕਿਰਪਾ ਕੀਤੀ ਹੈ, ਤੇ ਬੱਚਾ ਕੀ ਕਰੇਗਾ? ਕੱਲ ਨੂੰ ਉਹ ਗੁਰਦੁਆਰਾ ਸਾਹਿਬ ਜਾਏਗਾ, ਰੱਬ ਸਾਡੇ ਤੇ ਵੀ ਕਿਰਪਾ ਕਰੇ। ਸਾਡੇ ਕੋਲ ਸੋਚਣ ਦਾ ਢੰਗ, ਮਹਾਰਾਜ ਕਹਿੰਦੇ ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋਈ ਨਿੰਦ ਕਰੇ ਹਰ ਜਨ ਕੀ। ਹਰੀ ਦੇ ਜਨ ਦੀ ਜੇ ਕੋਈ ਨਿੰਦਿਆ ਕਰੇ, ਬੜੀ ਵਾਰ ਬਚਨ ਸੁਣਦੇ ਹਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਥਾਏ ਕਹੇ ਹੋਏ ਬਚਨ, ਕੋਈ ਆਖੇ ਪੂਤਨਾ, ਕੋਈ ਪੂਤਨਾ ਆਖਦਾ, ਕੋਈ ਬੇਤਾਲਾ ਆਖਦਾ, ਕੋਈ ਆਦਮੀ ਆਖਦਾ, ਕੋਈ ਵਿਚਾਰਾ ਆਖਦਾ। ਭਾਈ ਮਰਦਾਨਾ ਜੀ ਕਹਿੰਦੇ ਵੀ ਸੱਚੇ ਪਾਤਸ਼ਾਹ ਤੁਸੀਂ ਇੰਨੇ ਚੰਗੇ ਕੰਮ ਕਰਦੇ ਹੋ, ਤੁਹਾਨੂੰ ਦੇ ਲੋਕ ਤੁਹਾਨੂੰ ਕੀ ਲਫ਼ਜ਼ਾਂ ਦੇ ਨਾਲ। ਹੁਣ ਜਦੋਂ ਅਸੀਂ ਲਿਟਰੇਚਰ ਨੂੰ ਪੜ੍ਹਾਂਗੇ ਤੇ ਗੁਰੂ ਸਾਹਿਬ ਦੀ ਸਿਫਤ ਪੜ੍ਹ ਕੇ ਦੇਖਣਾ, ਕੋਈ ਕਹਿੰਦਾ ਨਾਨਕ ਲਾਮਾ, ਕੋਈ ਕਹਿੰਦਾ ਬਾਬਾ ਹਜ਼ਰਤ ਨਾਨਕ, ਕੋਈ ਇਹ
ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਰੇ ਨਾਨਕ ਸ਼ਾਹ ਫਕੀਰ ਸ਼ਬਦ ਵਰਤਦਾ ਹੈ। ਬੜੀ ਉਸਤਤ, ਇੰਨੇ ਸਾਰੇ ਲਕਬ ਨੇ, ਇੰਨੇ ਸਾਰੇ ਐਡਜੈਕਟਿਵ ਨੇ ਜਿਹੜੇ ਗੁਰੂ ਨਾਨਕ ਸਾਹਿਬ ਲਈ, ਪਰ ਕੋਈ ਇਹ ਵੀ ਵਰਤਦਾ, ਕੋਈ ਆਖੇ ਪੂਤਨਾ ਕੋ ਕਹੇ ਬਿਤਾਲਾ। ਉਸ ਵੇਲੇ ਗੁਰੂ ਨਾਨਕ ਸਾਹਿਬ ਭਾਈ ਮਰਦਾਨਾ ਜੀ ਨੂੰ ਇਹ ਜਵਾਬ ਦਿੰਦੇ ਨੇ, ਮਰਦਾਨਿਆਂ, ਜੇ ਕਿਸੇ ਦੀ ਜੇਬ ਵਿੱਚ ਪੱਥਰ ਹੋਣ ਨਾ, ਉਹਨੇ ਫੁੱਲ ਨਹੀਂ ਵਰਸਾਣੇ, ਉਹਨੇ ਪੱਥਰ ਹੀ ਮਾਰਨੇ ਨੇ। ਜੇਬ 'ਚ ਫੁੱਲ ਹੈ ਨਹੀਂ ਤੇ ਫੁੱਲ ਕਿੱਥੋਂ ਵਰਸਾਣ? ਜੇ ਕਿਸੇ ਦੇ ਘਰ ਹੈ ਹੀ ਰੁੱਖੀ ਰੋਟੀ ਤਾਂ ਉਹਨੇ ਚੋਪੜੀ ਕਿੱਥੋਂ ਖਵਾ ਦੇਣੀ ਹੈ? ਇਹਨਾਂ ਦਾ ਕਸੂਰ ਨਹੀਂ ਹੈ, ਰੱਬ ਨੇ ਦਿੱਤਾ ਹੀ ਇਹਨਾਂ ਕੋ ਹੈ। ਖਿਆਲ ਕਰਨਾ, ਜੇ ਰੱਬ ਨੇ ਦਿੱਤੀ ਰੁੱਖੀ ਰੋਟੀ ਹੈ ਤੇ ਉਹਨੇ ਰੁੱਖੀ ਖਵਾਣੀ ਹੈ। ਤੇ ਜੇ ਕਿਸੇ ਨੂੰ ਰੁੱਖੀ ਰੋਟੀ ਮਿਲੀ ਹੈ ਤੇ ਆਪਾਂ ਕੀ ਕਵਾਂਗੇ? ਹੇ ਮਾਲਕ, ਇਹਨੂੰ ਵੀ ਚੋਪੜੀ ਦੇ। ਮਾਲਕ, ਜੇ ਇਸ ਕੋਲ ਅਕਲ ਨਹੀਂ ਹੈ ਨਾ ਤੇ ਇਹਨੂੰ ਵੀ ਅਕਲ ਦੇ। ਇਹ ਪੂਤਨਾ ਨਾ ਕਹੇ, ਬੇਤਾਲਾ ਨਾ ਕਹੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਹਰੀ ਦਾ ਜਨ ਜਿਹੜਾ ਉਹਦੀ ਜਿਹੜੀ ਜੀਵਨ ਸ਼ੈਲੀ ਹੈ, ਜਿਹੜੀ ਤਰਜ਼ੇ ਜ਼ਿੰਦਗੀ ਹੈ, ਵੇ ਆਫ ਲਾਈਫ ਹੈ, ਉਹ ਕਹਿੰਦਾ ਮਾਲਕ ਇਸ ਬੰਦੇ ਨੂੰ ਨਾ ਅਕਲ ਦੇ, ਮੱਤ ਦੇ। ਇਹ ਆਪਣਾ ਜੀਵਨ ਕਿਉਂ ਐਵੇਂ ਖੁਆਰ ਕਰ ਰਿਹਾ ਹੈ? ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਜੇ ਕੋ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੇ। ਜਿਹੜਾ ਜਨ ਹੈ ਨਾ, ਉਹ ਆਪਣਾ ਗੁਣ ਨਹੀਂ ਗਵਾਉਂਦਾ ਹੈ। ਉਹ ਕਹਿੰਦਾ ਨਹੀਂ, ਜੋ ਮੈਨੂੰ ਰੱਬ ਨੇ ਗਿਆਨ ਦਿੱਤਾ ਮੈਂ ਉਸ ਤੇ ਤੁਰਾਂਗਾ। ਹਾਂ, ਦੁਨੀ ਵਜਾਈ ਵਜਦੀ ਤੁੰਪੀ ਵੱਜੇ ਨਾਲ। ਕਈ ਲੋਕ ਦੁਨੀਆ ਦੇ ਪਿੱਛੇ ਤੁਰਦੇ ਨੇ ਨਾ, ਸੰਸਾਰ ਦੇ ਪਿੱਛੇ ਤੁਰਦੇ ਨੇ। ਹਰੀ ਦਾ ਜਨ ਆਪਣਾ ਗੁਣ ਨਹੀਂ ਗਵਾਉਂਦਾ, ਉਹ ਆਪਣੇ ਜੀਵਨ 'ਚ ਹਮੇਸ਼ਾ ਹੀ ਸਰਬੱਤ ਦੇ ਭਲੇ ਲਈ ਕੰਮ ਕਰਦਾ ਹੈ, ਕਦੀ ਕਿਸੇ ਦਾ ਨੁਕਸਾਨ ਨਹੀਂ ਕਰਦਾ। ਭਾਵੇਂ ਕੋਈ ਉਹਦਾ ਨੁਕਸਾਨ ਕਰ ਵੀ ਦੇਵੇ, ਉਹ ਕਿਸੇ ਦਾ ਨੁਕਸਾਨ ਨਹੀਂ ਕਰਦਾ। ਹਰ ਜਨ ਜਿਹੜਾ ਹੈ ਉਹ ਪਰਮੇਸ਼ਰ ਦੇ ਰਾਹ ਤੇ ਤੁਰਦਾ ਹੈ। ਰਹਾਉ ਜੋ ਕਿਛ ਕਰੇ ਸੋ ਆਪੇ ਸੁਆਮੀ, ਹਰੇ ਆਪੇ ਕਾਰ ਕਮਾਵਾ। ਜੋ ਕਿਛ ਕਰੈ ਸੋ ਆਪੇ ਸੁਆਮੀ। ਪਹਿਲੇ ਪੰਕਤੀਆਂ ਦੋ ਰਹਾਉ ਦੀਆਂ ਪੰਕਤੀ ਸਨ, ਜਿੱਥੇ ਮਹਾਰਾਜ ਕਹਿੰਦੇ ਠਹਿਰ ਨਾ ਕਰੋ। ਇਹ ਸ਼ਬਦ ਦਾ ਮੁੱਖ ਭਾਵ ਹੈ, ਮੁੱਖ ਸੁਨੇਹਾ ਹੈ। ਅਗਲੀਆਂ ਪੰਕਤੀਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਹੀ ਬਚਨ ਕਰ ਰਹੇ ਨੇ। ਕਹਿੰਦੇ ਨੇ ਵੀ ਜੇ ਜੋ ਕੁਛ ਵੀ ਹੋ ਰਿਹਾ ਹੈ, ਜੋ ਕਿਛ ਕਰੇ ਸੋ ਆਪੇ ਸੁਆਮੀ। ਹੁਣ ਕੀ ਹੋ ਰਿਹਾ ਹੈ? ਕੋਈ ਤੁਹਾਡੀ ਉਸਤਤ ਕਰ ਰਿਹਾ ਹੈ, ਕੋਈ ਤੁਹਾਡੀ ਨਿੰਦਿਆ ਕਰ ਰਿਹਾ ਹੈ। ਕਹਿੰਦੇ ਮਾਲਕ ਜੀ, ਕੋਈ ਸੰਸਾਰ ਦੇ ਵਿੱਚ ਐਸਾ ਵੀ ਕਾਰਜ ਹੈ ਜੋ ਤੇਰੇ ਤੋਂ ਬਿਨਾਂ ਹੋ ਰਿਹਾ ਹੋਵੇ। ਜਨ ਦਾ ਆਪਣਾ ਸੋਚਣਾ ਹੈ, ਉਹਦੀ ਆਪਣੀ ਅਵਸਥਾ ਹੈ। ਜਨ ਇਹ ਕਹਿੰਦਾ ਵੀ ਵਾਹਿਗੁਰੂ ਜੀ, ਜੇ ਕੋਈ ਨਿੰਦਿਆ ਕਰ ਰਿਹਾ ਹੈ, ਕੋਈ ਬੁਰਾਈ ਕਰ ਰਿਹਾ ਹੈ, ਕੋਈ ਮੇਰੇ ਬਾਰੇ ਮਾੜਾ ਕਹਿ ਰਿਹਾ ਹੈ, ਕਿਉਂਕਿ ਇਹ ਸਾਡੇ ਜੀਵਨ 'ਚ ਰੁਕਾਵਟਾਂ ਨੇ, ਜਿਹਨੂੰ ਆਪਾਂ ਮਾਇਆ ਕਹਿੰਦੇ ਹਾਂ। ਮਾਇਆ ਇਸ ਤਰ੍ਹਾਂ ਦੀ ਚੀਜ਼ ਹੈ, ਤੁਸੀਂ ਚੰਗਾ ਕੰਮ ਕਰਨ ਲੱਗੀ ਉੱਠੇ ਹੀ ਹੋ, ਉਹਨੇ ਤੁਹਾਡੇ ਰਸਤੇ ਦੇ ਅੱਗੇ ਖਲੋ ਜਾਣਾ ਹੈ। ਕਿਵੇਂ ਖਲੋ ਜਾਏਗਾ? ਤੁਸੀਂ ਚੰਗਾ ਕੰਮ ਕਰਨ ਲਈ ਤੁਰੇ ਹੋ, ਕਿਸੇ ਨੇ ਕਿਹਾ ਇਹਨੂੰ ਕੋਈ ਲੋਭ ਲਾਲਚ ਹੋਣਾ ਹੈ, ਐਵੇਂ ਥੋੜੀ ਤੁਰਿਆ ਹੈ, ਸਮਝੋ ਮਾਇਆ ਹੈ। ਇਸ ਤੋਂ ਬਚੋਗੇ ਕਿਵੇਂ? ਮਹਾਰਾਜ ਕਹਿੰਦੇ ਮੰਨੈ ਮਾਰਗ ਠਾਕ ਨਾ ਪਾਏ, ਬਿਗਨ ਬਿਨਾਸਨ ਸਭ ਦੁੱਖ ਨਾਸਨ, ਸਤਿਗੁਰ ਨਾਮ ਦ੍ਰਿੜਾਇਆ। ਜਿਸ ਕੋਲ ਨਾਮ ਵਾਲੀ ਮੱਤ ਨਾ, ਉਹ ਪਰਵਾਹ ਨਹੀਂ ਕਰਦਾ ਕਿ ਗੁਰੂ ਸਾਹਿਬ ਦੇ ਜੀਵਨ 'ਚ ਕੋਈ ਮੁਸ਼ਕਲਾਂ ਨਹੀਂ ਆਈਆਂ। ਜੇ ਕੁਛ ਮੁਸ਼ਕਲਾਂ ਆਈਆਂ ਵੀ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂ ਕਹਾਵੈ। ਪ੍ਰਭੂ ਜੀ, ਇਹ ਵੀ ਤੇਰੀ ਆਗਿਆ ਹੈ। ਕਿਉਂਕਿ ਹਰ ਬੰਦੇ ਦੀ ਜਿਹੜੀ ਪਰਖ ਹੈ, ਉਹ ਮੁਸ਼ਕਲਾਂ, ਜਿਹੜੀ ਕੁਦਰਤ ਹੈ ਨਾ, ਕੁਦਰਤ ਉਹ ਤੁਹਾਡੀ ਪਰਖ ਕਰਦੀ ਹੈ। ਕੁਦਰਤ ਨੇ ਗੁਰੂ ਰਾਮਦਾਸ ਜੀ ਦੀ ਪਰਖ ਕੀਤੀ। ਜਿਸ ਬੰਦੇ ਨੂੰ ਪਰਮੇਸ਼ਰ ਨੇ, ਕੁਦਰਤ ਨੇ ਵੱਡਾ ਬਣਾਉਣਾ ਹੈ ਨਾ, ਪਹਿਲਾਂ ਉਹਨੂੰ ਇੱਕ ਕਸਵੱਟੀ ਵਿੱਚੋਂ ਕੱਢਦਾ ਹੈ। ਗੁਰੂ ਰਾਮਦਾਸ ਮਹਾਰਾਜ ਦੇ ਮਾਤਾ ਪਿਤਾ ਜੀ ਚਲਾਣਾ ਕਰਕੇ
ਕੋਈ ਬਾਂਹ ਫੜਨ ਵਾਲਾ ਨਹੀਂ। ਔਰ ਇਸ ਤਰ੍ਹਾਂ ਦਾ ਸਮਾਂ ਕਿ ਘੁੰਗੜੀਆਂ ਵੇਚਣੀਆਂ ਪੈਣ, ਨਾਨੀ ਦੇ ਘਰ ਆ ਜਾਣਾ, ਕਿੱਡੀ ਵੱਡੀ ਮੁਸ਼ਕਲ ਹੈ। ਮੈਂ ਕਈ ਵਾਰ ਬੇਨਤੀ ਕਰਦਾ ਵੀ ਜਿਸ ਵੇਲੇ ਗੁਰੂ ਰਾਮਦਾਸ ਮਹਾਰਾਜ ਰਾਤ ਨੂੰ ਸੌਣ ਲੱਗਦੇ ਹੋਣਗੇ ਤੇ ਮਨ 'ਚ ਸੋਚਦੇ ਹੋਣਗੇ ਨਾ ਵੀ ਜੇ ਮੇਰੀ ਕਿਸੇ ਨੇ ਬਾਂਹ ਨਹੀਂ ਨਾ ਫੜੀ, ਮੈਂ ਵੀ ਕਿਸੇ ਦੀ ਬਾਂਹ ਨਹੀਂ ਫੜਨੀ, ਇਸ ਤਰ੍ਹਾਂ ਸੋਚਦੇ ਹੋਣਗੇ। ਗੁਰੂ ਰਾਮਦਾਸ ਜੀ ਕੀ ਸੋਚਦੇ ਸੀ? ਭਾਈ ਜੇਠਾ ਜੀ ਕਹਿੰਦੇ, ਵਾਹਿਗੁਰੂ ਜਿਵੇਂ ਮੈਂ ਧੱਕੇ ਖਾਦੇ ਨੇ ਨਾ, ਹੇ ਮੇਰੇ ਮਾਲਕ, ਮੈਂ ਕਿਸੇ ਨੂੰ ਇਸ ਤਰ੍ਹਾਂ ਧੱਕੇ ਖਾਂਦੇ ਨਾ ਵੇਖਾਂ। ਮੇਰੇ ਤੇ ਇੰਨੀ ਬਾਂਹ, ਮੇਰੇ ਉੱਤੇ ਰਹਿਮਤ ਕਰੀ। ਮੇਰੀ ਕਿਸੇ ਨੇ ਬਾਂਹ ਨਹੀਂ ਫੜੀ, ਪਰ ਮੈਂ ਹਰ ਕਿਸੇ ਦੀ ਫੜ ਸਕਾਂ, ਇੰਨਾ ਯੋਗ ਕਰੀ ਮੈਨੂੰ ਇੰਨੀ ਕੁ। ਹੁਣ ਜਿਹੜੀ ਅਰਦਾਸ ਕਰਨ ਦਾ ਇਹ ਸ਼ਬਦ ਹੀ ਇੱਕ ਅਰਦਾਸ ਹੈ, ਤੇ ਸ਼ਬਦ ਇੱਕ ਸਾਡੇ ਜੀਵਨ ਲਈ ਆਦਰਸ਼ ਹੈ। ਮਹਾਰਾਜ ਕਹਿੰਦੇ ਨੇ, ਜੋ ਕਿਛ ਕਰੇ ਸੋ ਆਪੇ ਸੁਆਮੀ। ਜੇ ਦੁੱਖਾਂ ਵਿੱਚੋਂ ਨਹੀਂ ਕੱਢੇਗਾ ਤੇ ਸਾਨੂੰ ਦੁੱਖ ਦਾ ਪਤਾ ਕਿਵੇਂ ਲੱਗੇਗਾ? ਤਕਲੀਫ ਹੀ ਨਹੀਂ ਆਈ, ਸਾਨੂੰ ਕਿਵੇਂ ਪਤਾ ਲੱਗੇਗਾ? ਮੈਨੂੰ ਜਦੋਂ ਕੋਈ ਦੁੱਖ ਦੇਵੇ ਤੇ ਮੈਨੂੰ ਦੁੱਖ ਲੱਗੇਗਾ, ਤੇ ਜਦੋਂ ਮੈਂ ਕਿਸੇ ਨੂੰ ਦੁੱਖ ਦੇਵਾਂ ਉਦੋਂ ਮੈਨੂੰ ਕੋਈ ਗੱਲ ਨਹੀਂ। ਇਹ ਚੀਜ਼ਾਂ ਜੀਵਨ 'ਚ ਇੱਕ ਪ੍ਰੈਕਟੀਕਲ ਹੈ। ਜਦੋਂ ਕੋਈ ਦੁੱਖ ਤਕਲੀਫ ਆਉਂਦੀ ਹੈ ਤੇ ਸਾਨੂੰ ਤੇ ਰੋਜ਼ ਮਹਾਰਾਜ ਬਾਣੀ ਰਾਹੀਂ ਇਹ ਸਮਝਾਉਂਦੇ ਵੀ ਹਨ, ਕੀਤਿਆਂ ਦੁੱਖ ਭੂਖ ਸਦ ਮਾਰ ਏਪੀ ਦਾਤ ਤੇਰੀ ਦਾਤਾਰ। ਵਾਹਿਗੁਰੂ ਤੇਰੀ ਦਾਤ ਹੈ, ਜੇ ਸੁਖ ਦੇ ਤਾਂ ਤੁਝੇ ਇਰਾਦੀ, ਦੁੱਖ ਵੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇਤੀ ਰਾਜਾ, ਦੁੱਖ ਵਿੱਚ ਸੂਖ ਮਨਾਈ। ਇੱਕ ਤੇ ਉਹਦੀ ਰਜ਼ਾ ਵਿੱਚ ਚੱਲਣਾ ਹੈ, ਇੱਕ ਇਹ ਹੈ ਕਿ ਮਾਲਕ ਜੀ ਤੂੰ ਮੇਰੀ ਕੋਈ ਪਰਖ ਕਰ ਰਿਹਾ ਤੇ ਕਿਰਪਾ ਕਰੀ ਇਸ ਕਸਵੱਟੀ ਵਿੱਚੋਂ ਮੈਂ ਨਿਕਲ ਜਾਵਾਂ। ਜੋ ਕਿਛ ਕਰੇ ਸੋ ਆਪੇ ਸੁਆਮੀ। ਮਹਾਰਾਜ ਕਹਿੰਦੇ ਉਹ ਆਪ ਹੀ ਇਹ ਸੁਆਮੀ ਸਭ ਕੁਝ, ਹਰ ਆਪੇ ਕਾਰ ਕਮਾਵੇ। ਜੀਵਾਂ ਕੋਲੋਂ ਆਪ ਹੀ ਪ੍ਰੇਰਣਾ ਦਿੰਦਾ ਹੈ ਤੇ ਆਪੇ ਹੀ ਉਹਨਾਂ ਕੋਲੋਂ ਕਾਰ ਕਰਾਉਂਦਾ ਹੈ। ਕੀ ਕਾਰ ਕਰਾਉਂਦਾ ਹੈ? ਕੋਈ ਜਨ ਦੀ ਨਿੰਦਿਆ ਕਰ ਰਿਹਾ ਹੈ, ਕੋਈ ਜਨ ਨੂੰ ਮਾੜਾ ਕਹਿ ਰਿਹਾ, ਕੋਈ ਉਹਦੇ ਜੀਵਨ 'ਚ ਰੋਕ ਪਾ ਰਿਹਾ। ਮਹਾਰਾਜ ਤੂੰ ਆਪ ਹੀ ਪ੍ਰੇਰਣਾ ਦੇਣਾ। ਜਿਵੇਂ ਭਾਈ ਮੀਹਾਂ ਗੁਰੂ ਅੰਗਦ ਸਾਹਿਬ ਜੀ ਕੋਲ ਇੱਕ ਅਰਦਾਸ ਕਰਦੇ ਨੇ, ਆ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ ਮੈਂ ਰੋਜ਼ ਤੇਰੇ ਲੰਗਰਾਂ ਵਿੱਚ ਖੀਰ ਲੈ ਕੇ ਆਉਂਦਾ, ਪਰ ਪਾਤਸ਼ਾਹ ਮੀਂਹ ਵੀ ਆ ਜਾਂਦਾ, ਹਨੇਰੀ ਵੀ ਆ ਜਾਂਦੀ, ਤੇ ਮੀਂਹ ਹਨੇਰੀ ਨੇ ਆਉਣਾ ਹੀ ਆਉਣਾ। ਤੂੰ ਬਖਸ਼ਿਸ਼ ਕਰੀ ਕਿ ਮੈਂ ਇਸ ਮੀਂਹ ਹਨੇਰੀ ਦੇ ਵਿੱਚੋਂ ਵੀ ਨਿਕਲ ਕੇ ਆ ਜਾਵਾਂ। ਪਿਆਰਿਓ, ਦੁਨੀਆ ਵਿੱਚ ਵਾਧੇ ਘਾਟੇ ਚੱਲਦੇ ਰਹਿਣੇ ਨੇ, ਤੇ ਕਹੀਏ ਵਾਹਿਗੁਰੂ ਇਹ ਤੂੰ ਕਰ ਰਿਹਾ ਤੇ ਮੈਨੂੰ ਇਹਨਾਂ ਵਿੱਚੋਂ ਕੱਢਣਾ ਵੀ ਤੂੰ ਹੈ। ਇਹ ਤੇਰੇ ਵਸ ਹਨ, ਤੂੰ ਹੀ ਇਹ ਜੀਵਾਂ ਨੂੰ ਪ੍ਰੇਰਣਾ ਦਿੰਦਾ ਹੈ। ਹਰ ਆਪੇ ਹੀ ਮਤ ਦੇਵੈ ਸੁਆਮੀ, ਹਰ ਆਪੇ ਬੋਲ ਬੁਲਾਵਾ। ਹਰ ਆਪੇ ਹੀ ਮਤ ਦੇਵੈ। ਵਾਹਿਗੁਰੂ ਤੂੰ ਆਪ ਹੀ ਸਾਰਿਆਂ ਨੂੰ ਅਕਲ ਦੇਣਾ, ਮਤ ਦੇਣਾ। ਹਰ ਆਪੇ ਬੋਲ ਬੁਲਾਵੇ। ਹੁਣ ਜਦੋਂ ਘੁੰਗਣੀਆਂ ਕਿਤੇ ਗੁਰੂ ਰਾਮਦਾਸ ਮਹਾਰਾਜ ਨੇ ਇਸ ਤਰ੍ਹਾਂ ਹੀ ਫਕੀਰ ਸਾਧੂ ਨੂੰ ਦਿੱਤੀਆਂ, ਤੇ ਕਈ ਲੋਕ ਬੋਲ ਦੇਣਗੇ ਬੱਚਾ ਤੇ ਸਾਰੀ ਉਮਰ ਘਰ ਵੀ ਨਹੀਂ ਬਣਾ ਸਕਦਾ, ਇਹ ਪਹਿਨਣ ਵਾਸਤੇ ਕੱਪੜੇ ਵੀ ਨਹੀਂ ਰਕਵਾਉਣੇ, ਇਸ ਬੱਚੇ ਨੂੰ ਕਿਹਨੇ ਧੀ ਦੇਣੀ ਹੈ ਜਿਹਦੀ ਅਕਲ ਹੀ ਇਹੋ ਜਿਹੀ ਹੈ। ਲੋਕ ਇਹੀ ਗੱਲਾਂ ਕਰਦੇ ਹੋਣਗੇ, ਤੇ ਗੁਰੂ ਰਾਮਦਾਸ ਸੁਣ ਕੇ ਕਹਿੰਦੇ ਹੋਣਗੇ ਵਾਹਿਗੁਰੂ ਤੂੰ ਹੀ ਤਿਨਾਂ ਨੂੰ ਮੱਤ ਦਿੱਤੀ ਹੈ, ਬੋਲ ਰਹੇ ਨੇ, ਬੋਲਣ ਦਿਓ। ਮਹਾਰਾਜ ਕਹਿੰਦੇ ਨੇ ਕਿ ਜਨ ਜਿਹੜਾ ਨਾ ਉਹ ਕਦੀ ਤਪਦਾ ਨਹੀਂ, ਔਖਾ ਨਹੀਂ ਹੁੰਦਾ, ਗੁੱਸੇ 'ਚ ਨਹੀਂ ਆਉਂਦਾ, ਉਹ ਆਪਣੇ ਆਪ ਨੂੰ ਉਸ ਪਰਮੇਸ਼ਰ ਦੇ ਭਰੋਸੇ ਤੇ ਟਿਕਾ ਕੇ ਰੱਖਦਾ ਹੈ। ਵਾਹਿਗੁਰੂ ਤੂੰ ਮੇਰੇ ਨਾਲ ਹੈ, ਲੋਕਾਂ ਦੀ ਮੈਨੂੰ ਪਰਵਾਹ ਨਹੀਂ, ਜੋ ਮਰਜ਼ੀ ਆਖੀ ਜਾਣ, ਹਰੇ ਆਪੇ ਬੋਲ ਬੁਲਾਵੇ। ਹੇ ਵਾਹਿਗੁਰੂ ਤੂੰ ਇਹਨਾਂ ਨੂੰ ਪ੍ਰੇਰਣਾ ਦੇ ਰਹੇ ਹੈ, ਜਿਹੜੇ ਇਹ ਬੋਲ ਰਹੇ ਨੇ ਨਾ ਸਗੋਂ ਮੈਨੂੰ ਮਜ਼ਬੂਤ ਕਰ ਰਹੇ ਨੇ। ਜਿਹੜੇ ਮੇਰੇ ਵਿਰੋਧੀ ਹੁੰਦੇ ਨੇ ਨਾ, ਉਹ ਵਿਰੋਧੀ ਸਗੋਂ ਮੈਨੂੰ ਆਪ ਇੱਕ ਚੈਲੰਜ ਦਿੰਦੇ ਨੇ ਤਾਂ ਕਿ ਮੈਂ ਉਸ ਮੰਜ਼ਿਲ ਤੇ ਪਹੁੰਚ ਜਾਵਾਂ, ਮੈਂ ਕਦੀ ਪਿੱਛੇ ਨਾ ਹਟਾਂ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਨੇ ਪ੍ਰੇਰਣਾ ਵੀ ਵਾਹਿਗੁਰੂ ਆਪ ਹੀ ਦੇਣਾ ਹੈ। ਹਰ ਆਪੇ ਪੰਚ ਤਤ ਵਿਸਥਾਰਾ,
ਵਿਚ ਧਾਤੂ ਪੰਜ ਆਪ ਪਾਵੈ। ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਹਰਿ ਆਪੇ ਪੰਜ ਤੱਤ ਵਿਸਥਾਰਾ। ਜਿੰਨਾ ਸੰਸਾਰ ਦਾ ਵਿਸਥਾਰ ਹੈ ਇਹ ਪੰਜਾਂ ਤੱਤਾਂ ਤੋਂ ਹੈ ਤੇ ਪਰਮੇਸ਼ਰ ਆਪ ਹੀ ਕਰਦਾ ਹੈ। ਉਹ ਜਿਹੜੇ ਜੀਵ ਇਸ ਸੰਸਾਰ 'ਚ ਪੈਦਾ ਹੁੰਦੇ ਨੇ ਉਹਨਾਂ ਦੇ ਅੰਦਰ ਜਿਹੜੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਹੁਣ ਬੰਦਾ ਲੋਭ ਅੰਦਰ ਹੈ ਸਵੇਰੇ ਤੱਕ ਸੁੱਖ 'ਚ ਹੀ ਉੱਠ ਪਏਗਾ। ਮਹਾਰਾਜ ਕਹਿੰਦੇ ਨੇ ਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਮਹਾਰਾਜ ਕਿ ਬੰਦੇ ਦੇ ਅੰਦਰ ਲੋਭ ਆਇਆ ਉਹ ਇੱਕਦਮ ਉੱਠ ਪਿਆ, ਭੱਜ ਪਿਆ। ਹਰਿ ਆਪੇ ਪੰਚ ਤੱਤ ਵਿਸਥਾਰਾ ਵਿੱਚ ਧਾਤੂ ਪੰਚ ਆਪ ਪਾਵੈ। ਪਰਮੇਸ਼ਰ ਨੇ ਇਹ ਵੀ ਉਹਦੇ ਅੰਦਰ ਆਪ ਹੀ ਪਾਏ ਹਨ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਜਨ ਨਾਨਕ ਸਤਿਗੁਰ ਮਿਲੇ ਆਪੇ, ਹਰਿ ਆਪੇ ਝਗਰ ਚੁਕਾਵੈ। ਦਾਸ ਨਾਨਕ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਪਰਮੇਸ਼ਰ ਆਪ ਹੀ ਗੁਰੂ ਦੇ ਚਰਨਾਂ ਨਾਲ ਜੀਵ ਨੂੰ ਮੇਲਦਾ ਹੈ ਤੇ ਆਪ ਹੀ ਉਹਦੇ ਅੰਦਰ ਦੇ ਜਿਹੜੇ ਝਗੜੇ ਨੇ ਕਾਮ, ਕ੍ਰੋਧ ਦੇ, ਹੰਕਾਰ ਦੇ, ਜਿੰਨੇ ਵੀ ਇਹ ਵਿਕਾਰਾਂ ਦੇ ਝਗੜੇ ਨੇ ਉਹ ਆਪ ਹੀ ਅੰਦਰੋਂ ਮੇਟ ਦਿੰਦਾ ਹੈ। ਉਹਦੇ ਵਸ ਵਿੱਚ ਹੈ, ਉਹਦੀ ਸਮਰੱਥਾ ਹੈ। ਸੱਚੇ ਪਾਤਸ਼ਾਹ ਮਹਾਰਾਜ ਨੇ ਜਿੱਥੇ ਅੱਜ ਦਾ ਹੁਕਮ ਬਖਸ਼ਿਸ਼ ਕੀਤਾ ਹੈ, ਨਾਲ ਹੀ ਗੁਰਦੇਵ ਜੀ ਦੀ ਜੋ ਲੜੀਵਾਰ ਕਥਾ ਆਪਾਂ ਸੁਣ ਰਹੇ ਹਾਂ, ਆਓ ਬੜੇ ਪਿਆਰ ਨਾਲ ਹਜ਼ੂਰ ਦਾ ਅਗਲਾ ਵਾਕ ਸਰਵਨ ਕਰੀਏ ਜੀ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ। ਮਨ ਚਾਓ ਪਿਆ ਪ੍ਰਭ ਆਗਮ ਸੁਣੇ। 34ਵੀਂ ਪੌੜੀ ਏ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਜੀ। ਜਦੋਂ ਸਿੱਖ ਗੁਰੂ ਦੇ ਕੋਲ ਆਏਗਾ ਉਹਦੇ ਅੰਦਰ ਇੱਕ ਅਹਿਸਾਸ ਪੈਦਾ ਹੋ ਜਾਂਦਾ ਹੈ। ਉਹ ਸਰੀਰਿਕ ਤਲ ਤੇ ਨਹੀਂ ਜਿਉਂਦਾ, ਉਹ ਮਾਨਸਿਕ ਪੱਧਰ ਉੱਤੇ ਜਿਉਂਦਾ ਹੈ। ਫਿਰ ਖਿਆਲ ਕਰਨਾ ਸਰੀਰਿਕ ਪੱਧਰ ਤੇ ਜੀਣਾ ਕੀ ਹੈ। ਸਾਰੀ ਉਮਰ ਬੰਦਾ ਜ਼ਿਆਦਾਤਰ ਸਰੀਰਿਕ ਪੱਧਰ ਤੇ ਜਿਉਂਦਾ ਹੈ। ਆ ਵੀ ਘੱਟ ਹੈ, ਆ ਵੀ ਘੱਟ ਹੈ, ਜਿੰਨਾ ਕੁਝ ਮਰਜ਼ੀ ਆ ਜਾਏ ਤੇ ਸਾਰੀ ਉਮਰ ਸਰੀਰ ਤੇ ਲਾ ਦਿੰਦਾ। ਖਾਣਾ, ਪੀਣਾ, ਸੌਣਾ, ਹੱਸਣਾ, ਵਿਸਰ ਗਿਆ ਹੈ ਮਰਨਾ। ਪਰ ਜਦੋਂ ਬੰਦਾ ਮਾਨਸਿਕ ਪੱਧਰ ਤੇ ਆ ਜਾਏਗਾ ਉਹ ਅੰਦਰ ਤੋਂ ਮੁਕਤ ਹੋ ਜਾਏਗਾ। ਉਹ ਸਰੀਰਿਕ ਪੱਧਰ ਤੋਂ ਉੱਠ ਕੇ ਮਾਨਸਿਕ ਪੱਧਰ ਦੇ ਉੱਤੇ ਜਿਉਂਦਾ ਹੈ। ਕਿਉਂਕਿ ਜਦੋਂ ਸੱਚੇ ਪਾਤਸ਼ਾਹ ਦੀ ਬਾਣੀ ਦਾ ਆਪ ਅਧਿਐਨ ਕਰੋਗੇ ਤੇ ਗੁਰਮੁਖ ਦਾ ਜਾਂ ਗੁਰਸਿੱਖ ਦਾ ਜੀਵਨ ਪੜੋਗੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਸਿੱਖ ਆਪਣੇ ਜੀਵਨ ਵਿੱਚ ਅੰਤਰਮੁਖੀ ਹੋ ਕੇ ਜਿਉਂਦਾ ਤੇ ਉਹ ਲੱਗਦਾ ਵੀ ਮਨ ਚਾਉ ਪਿਆ। ਹੁਣ ਦੁਨੀਆ ਦਾ ਚਾਉ ਕੀ ਹੈ? ਨੱਚਣ ਕੁੱਦਣ ਮਨ ਕਾ ਚਾਉ। ਡੀਜੇ ਵੱਜਦਾ ਹੋਵੇ, ਪਾਰਟੀ ਹੋਵੇ, ਕਦੀ ਕਿਸੇ ਨੂੰ ਵਾਸੀ ਆਉਂਦੀ ਹੈ, ਬੰਦਾ ਅੰਗੜਾਈਆਂ ਲੈਂਦਾ, ਇਦਾਂ ਹੁੰਦਾ ਹੈ, ਇੱਕ ਤਾਰ ਇਦਾਂ ਦੇਖਦਾ ਹੈ। ਪਰ ਜਦੋਂ ਕਿਤੇ ਅਧਿਆਤਮਿਕ ਧਾਰਮਿਕ ਜੀਵਨ ਦੀ ਗੱਲ ਹੋਵੇ, ਇਹ ਕਿਉਂ ਹੁੰਦਾ ਹੈ? ਬੱਧਾ ਚੱਟੀ ਜੋ ਪਰੇ, ਨਾ ਗੁਣ ਨਾ ਉਪਕਾਰ, ਛੇਤੀ ਖੁਸ਼ੀ ਸਵਾਰੀ ਹੈ। ਮਹਾਰਾਜ ਕਹਿੰਦੇ ਨੇ ਦੁਨੀਆ ਵਿੱਚ ਨਾ ਚਾਹੋ ਜਿਹੜਾ ਨਾ ਲੋਕਾਂ ਨੂੰ ਨੱਚਣ ਕੁੱਦਣ ਦਾ ਹੈ, ਪਰ ਇਹ ਚਾਹੋ ਹੈ ਵਿਸਰ ਨਾਹੀ ਦਤਾਰ ਆਪਣਾ ਗੁਣ ਗਾਵਾਂ ਦਿਨ ਰਾਤ ਨਾਨਕ। ਸੁਣ ਸੁਣ ਨਾਮ ਤੁਮਾਰਾ ਪ੍ਰੀਤਮ ਪ੍ਰਭ ਪੇਖਨ ਕਾ ਚਾਓ। ਮਾਂ ਸੱਚੇ ਪਾਤਸ਼ਾਹ ਕਹਿੰਦੇ ਘਰ ਆਪਨੜੇ ਹੋ ਖੜੀ ਤਕਾਂ ਮੈਂ ਮਨ ਚਾਓ ਕਨੇਰਾ ਰਾਮ। ਔਰ ਇੱਕ ਚਾਹ ਹੋਰ ਹੈ, ਉਹ ਭਾਈ ਮਾਂ ਸਿੰਘ ਦੇ ਅੰਦਰ ਆਇਆ। ਉਹ ਕਿਹੜਾ ਹੈ? ਕਬੀਰ ਮੋਹੇ ਮਰਨੇ ਕਾ ਚਾਉ ਹੈ ਮਰੋ ਤੋਂ ਹਰ ਕੈ। ਭਾਈ ਮਹਾ ਸਿੰਘ ਦੇ ਸਵਾਸ ਆਖਰੀ ਨੇ ਉਹਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਨਹੀਂ ਕਿਹਾ ਵੀ ਪਾਤਸ਼ਾਹ ਸਵਾਸ ਬਖਸ਼ ਦਿਓ, ਕਹਿੰਦੇ ਮਹਾਰਾਜ ਸਿੱਖੀ ਬਖਸ਼ ਦਿਓ, ਮੇਰਾ ਆਖਰੀ ਸਵਾਸ ਸਿੱਖੀ ਦੇ ਨਾਲ ਜਾਏ। ਕੁਝ ਨਹੀਂ ਮੰਗਿਆ, ਪਾਤਸ਼ਾਹ ਸਿੱਖੀ ਬਖਸ਼ ਦਿਓ, ਨਹੀਂ ਤੇ ਕਹਿੰਦੇ ਮਹਾਰਾਜ 4 ਸਵਾਸ ਹੋਰ ਬਖਸ਼ ਦਿਓ। ਮਨ ਚਾਉ ਪਿਆ ਪ੍ਰਭ ਆਗਮ ਸੁਣਿਆ। ਜਦੋਂ ਪਰਮੇਸ਼ਰ ਦੇ ਆਉਣ ਦੀ
ਮੈਨੂੰ ਸੋਏ ਮਿਲੀ ਨਾ ਤੇ ਮੇਰੇ ਮਨ 'ਚ ਚਾਉ ਪੈਦਾ ਹੋਇਆ, ਉਸ ਚਾਉ ਦੇ ਨਾਲ ਕੀ ਹੁੰਦਾ ਹੈ? ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਉਹਦੇ ਨਾਲ ਕੀ ਹੋਇਆ? ਹਰ ਮੰਗਲ ਗਾਵੋ, ਖੁਸ਼ੀ ਦੇ ਗੀਤ। ਜਦੋਂ ਪ੍ਰਭੂ ਦੇ ਆਗਮਨ ਦੀ ਖਬਰ ਮਿਲੀ, ਖੁਸ਼ੀ ਦੇ ਗੀਤ ਗਾਏ ਤੇ ਕੀ ਹੋਇਆ? ਗ੍ਰਹਿ ਮੰਦਰ ਬਣਿਆ। ਮੰਦਰ ਤੇ ਘਰ 'ਚ ਫਰਕ ਹੈ। ਘਰ ਦੇ ਵਿੱਚ ਆਪਾਂ ਸੌਂਦੇ ਹਾਂ ਤੇ ਆਪਣੀ ਮਰਜ਼ੀ ਨਾਲ ਉੱਠਦੇ ਹਾਂ। ਇੱਥੇ ਤੁਸੀਂ ਸੌ ਜਾਓ, ਸਵੇਰੇ ਸੇਵਾਦਾਰ ਨੇ ਆ ਜਾਣਾ ਵੀ ਉੱਠੋ। ਘਰ ਦੇ ਵਿੱਚ ਮਰਜ਼ੀ ਨਾਲ ਲੰਗਰ ਛਕਣਾ, ਜਦੋਂ ਭੁੱਖ ਲੱਗੇਗੀ ਤਾਜ਼ਾ ਬਣਾਓ, ਇੱਥੇ ਲੰਗਰ ਚੱਲ ਰਿਹਾ ਛਕੋ। ਮੰਦਰ ਜਿਹੜਾ ਹੈ ਨਾ, ਉਹ ਇਹ ਨਹੀਂ ਕਿ ਬਹੁਤ ਵੱਡਾ ਹੋਵੇ, ਉਹ ਕੱਖਾਂ ਦੀ ਕੁੱਲੀ ਵੀ ਹੋਵੇ ਨਾ, ਉਹਨੂੰ ਵੀ ਨਮਸਕਾਰ ਹੁੰਦੀ ਹੈ। ਤੇ ਘਰ ਕਿਸੇ ਦਾ ਮਹਿਲ ਵੀ ਕਿਉਂ ਨਾ ਹੋਵੇ, ਉਹਨੂੰ ਨਮਸਕਾਰ ਨਹੀਂ ਹੁੰਦੀ। ਲਾਲ ਕਿਲਾ ਬੜਾ ਵੱਡਾ ਹੈ, ਤਾਜ ਮਹਿਲ ਬੜਾ ਵੱਡਾ ਹੈ, ਪਰ ਜੇ ਕਿਤੇ ਭਗਤੀ ਕਰਨ ਵਾਲਾ ਜਿੱਥੇ ਬੈਠਾ ਹੈ, ਬੰਦਗੀ ਕਰਨ ਵਾਲਾ, ਜੇ ਉਹਦੇ ਭਾਵੇਂ ਇੱਕੋ ਹੀ ਕਮਰਾ ਬਣਿਆ ਹੈ, ਨਮਸਕਾਰਾ ਕਰਾਂਗੇ। ਮਹਾਰਾਜ ਕਹਿੰਦੇ ਨੇ, ਭਾਈ ਸਰੀਰ ਨੂੰ ਮੰਦਰ ਬਣਾ ਤਾਂ ਕਿ ਇਹਨੂੰ ਨਮਸਕਾਰ ਹੋ ਸਕੇ, ਇਹ ਸਫਲ ਹੋ ਸਕੇ, ਇਹਦਾ ਸਤਿਕਾਰ ਹੋ ਸਕੇ। ਮਹਾਰਾਜ ਬਖਸ਼ਿਸ਼ ਕਰ ਰਹੇ ਨੇ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਇਹ ਮੰਦਰ ਬਣ ਰਿਹਾ ਹੈ ਕਿਸ ਤਰ੍ਹਾਂ? ਪ੍ਰਭੂ ਦੇ ਗੀਤ ਗਾ ਕੇ। ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁਖ ਨਾ ਵਿਆਪਏ। ਜਦੋਂ ਮੰਦਰ ਬਣ ਜਾਏਗਾ, ਮਹਾਰਾਜ ਕਹਿੰਦੇ ਨੇ, ਨਿਤ ਜਦੋਂ ਅਸੀਂ ਪ੍ਰਭੂ ਦੇ ਗੁਣ ਗਾਵਾਂਗੇ, ਗੁਣਾਂ ਦਾ ਮੰਦਰ ਬਣਾਵਾਂਗੇ, ਉੱਥੇ ਸੋਗ ਦੁੱਖ ਨਾ ਚਿੰਤਾ ਹੋਵੇਗੀ, ਨਾ ਉੱਥੇ ਕਿਸੇ ਪ੍ਰਕਾਰ ਦੀ ਉਦਾਸੀ ਹੋਵੇਗੀ। ਇਹ ਦੋਨੋਂ ਚੀਜ਼ਾਂ ਤੋਂ ਮਹਾਰਾਜ ਕਹਿੰਦੇ ਦੂਰ ਹੋ ਜਾਏਗਾ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪਏ। ਗੁਰ ਚਰਨ ਲਾਗੇ ਦਿਨ ਸੁਭਾਗੇ। ਗੁਰੂ ਚਰਨਾਂ ਨਾਲ ਲੱਗੋ, ਸੁਭਾਗੇ ਹੋ। ਤਵੀਤਾਂ ਨਾਲ, ਧਾਗਿਆਂ ਨਾਲ, ਪੱਥਰਾਂ ਨਾਲ, ਨਗਾਂ ਨਾਲ ਨਾ ਲੱਗੋ। ਗੁਰ ਚਰਨ ਲਾਗੇ ਦਿਨ ਸੁਭਾਗੇ। ਬੜੇ ਸੋਹਣੇ ਭਾਗ ਹੋ ਜਾਣਗੇ ਜਿਹੜੇ ਗੁਰੂ ਚਰਨਾਂ ਨਾਲ ਲੱਗਦੇ ਹਨ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਅਨਹਤ ਬਾਣੀ, ਬਾਣੀ ਦਾ ਲਗਾਤਾਰ ਜੀਵਨ ਵਿੱਚ ਹੋ ਜਾਣਾ। ਗੁਰ ਸ਼ਬਦ ਜਾਣੀ, ਗੁਰੂ ਦੇ ਸ਼ਬਦ ਨੂੰ ਪੜ੍ਹ ਕੇ ਹਰ ਵੇਲੇ ਗੁਰੂ ਦੇ ਗਿਆਨ ਦੀ ਵਿਚਾਰ ਕਰਕੇ ਜਾਣਨਾ, ਗਿਆਨ ਹਾਸਲ ਕਰਨਾ। ਮਹਾਰਾਜ ਕਹਿੰਦੇ ਇਹ ਨਾਮ ਦਾ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਜਿਹੜਾ ਸਭ ਕੁਝ ਕਰਨ ਦੇ ਸਮਰੱਥ ਜੋਗ ਹੈ, ਉਸ ਗੁਰਮੁਖ ਨੂੰ ਮਿਲ ਜਾਂਦਾ ਹੈ। ਜਿਹੜਾ ਗੁਰਮੁਖ ਲਗਾਤਾਰ ਹਰ ਵੇਲੇ ਹਰ ਸਵਾਸ ਬਾਣੀ ਪੜ੍ਹਦਾ ਹੈ, ਬਾਣੀ ਨੂੰ ਵਿਚਾਰਦਾ ਹੈ, ਬਾਣੀ ਨਾਲ ਜੁੜਦਾ ਹੈ, ਉਹਨੂੰ ਪਰਮੇਸ਼ਰ ਮਿਲ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਸਾਡੇ ਸਾਰਿਆਂ ਤੇ ਬਖਸ਼ਿਸ਼ ਕਰਨ, ਬਾਣੀ ਦੇ ਬਚਨ ਹਿਰਦਿਆਂ 'ਚ ਵਸਣ। ਆਓ ਪੰਕਤੀਆਂ ਪੜ੍ਹ ਕੇ ਸਮਾਪਤੀ ਕਰਦੇ ਹਾਂ ਜੀ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ। ਕਹੈ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।